ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾ ਚਿਤਰੈ ਨਾ ਮਿਤਰੈ, ਪਰੇ ਹੈ ਪਵਿੱਤਰੈ। ਪ੍ਰੇਥੀਸੈ ਅਦੀਸੈ, ਅਦ੍ਰਿਸ਼ੈ ਅਕ੍ਰਿਸ਼ੈ। ਭਗਵਤੀ ਛੰਦ ਤਵ ਪ੍ਰਸਾਦ ਕਥਤੇ, ਕੇ ਆਛਿਜ ਦੇਸੈ ਕੇ ਆਪਿਜ ਭੇਸੈ। ਕੇ ਆਗੰਜ ਕਰਮੈ ਕੇ ਆਪੰਜ ਭਰਮੈ। ਕੇ ਆਪਿਜ ਲੋਕੈ ਕੇ ਆਦਿਤ ਸ਼ੋਕੈ। ਕੇ ਅਵਧੂਤ ਬਰਨੈ ਕੇ ਬਿਭੂਤ ਕਰਨੈ। ਕੇ ਰਾਜੰ ਪ੍ਰਵਾਹੈ ਕੇ ਧਰਮੰ ਤੁਝਾਹੈ। ਕੇ ਆਸ਼ੋਕ ਬਰਨੈ ਕੇ ਸਰਬਾ ਅਭਰਨੈ। ਕੇ ਆਸ਼ੋਕ ਬਰਨੈ ਕੇ ਸਰਬਾ ਅਭਰਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ, ਲੋਕ ਪਰਲੋਕ ਦੇ ਰਖਿਅਕ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਪਿਛਲੇ ਦਿਨੀਂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਜਾਪ ਸਾਹਿਬ ਦੀ ਬਾਣੀ ਦੀ ਵਿਆਖਿਆ ਆਪ ਜੀ ਨੇ 100 ਸ਼ੰਤ ਕਰੀਬ ਸਰਵਨ ਕੀਤੇ ਹਨ। ਅੱਜ 101 ਤੋਂ ਲੈ ਕੇ 5 ਤੱਕ 5 ਸ਼ੰਤਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਾਪ ਸਾਹਿਬ ਦੀ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਤਸਵੀਰ, ਜੋ ਕਿ ਅਦ੍ਰਿਸ਼ਟ ਨਾ ਦਿਸਣ ਵਾਲੀ ਹੈ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਜੋ ਸਾਂਝ ਰੱਬ ਨਾਲ ਬਣਾਈ, ਉਹਦਾ ਤਜਰਬਾ ਇਹਨਾਂ ਸ਼ਬਦਾਂ ਵਿੱਚ ਸਾਡੇ ਵਾਸਤੇ ਅੰਕਿਤ ਕੀਤਾ ਹੈ, ਤਾਂ ਕਿ ਸੰਸਾਰ ਦੇ ਲੋਕ ਜਦੋਂ ਧਰਮ ਨੂੰ ਕਮਾਉਣ ਤੇ ਤਰੀਕੇ ਗਲਤ ਨਾ ਵਰਤ ਲੈਣ। ਕਿਉਂਕਿ ਸਾਰਾ ਜਿਹੜਾ ਇਹ ਰਸਤਾ ਹੈ, ਜਿਹਨੂੰ ਕਹਿੰਦੇ ਸੰਤ ਕਾ ਮਾਰਗ, ਧਰਮ ਕੀ ਪੌੜੀ ਕੋ ਵਡ ਭਾਗੀ ਪਾਏ, ਇਹਦੇ ਵਿੱਚ ਤੁਰਨ ਵਾਲੇ ਬਹੁਤ ਨੇ, ਪਰ ਰਸਤੇ ਤੇ ਤੁਰਨ ਵਾਲੇ ਬਹੁਤ ਘੱਟ। ਤੁਰਨ ਵਾਲਿਆਂ ਦੀ ਕਮੀ ਨਹੀਂ, ਧਾਰਮਿਕ ਲੋਕਾਂ ਦੀ ਭੀੜ ਹੈ, ਬੜੀ ਵੱਡੀ ਗਿਣਤੀ ਵਿੱਚ ਹਨ, ਪਰ ਉਹਨਾਂ ਵਿੱਚ ਸਾਰੇ ਲੋਕ ਠੀਕ ਰਾਹਾਂ 'ਤੇ ਨਹੀਂ ਤੁਰਦੇ। ਉਹਦਾ ਕਾਰਨ ਹੈ ਕਿ ਉਹ ਗੁਰੂ ਦੀ ਸੰਗਤ ਨਹੀਂ ਕਰਦੇ, ਆਪ ਧਰਮੀ ਬਣ ਜਾਂਦੇ, ਗੁਰੂ ਤੋਂ ਬਿਨਾਂ ਤੁਰਦੇ ਨੇ। ਤੇ ਗੁਰੂ ਤੋਂ ਬਿਨਾਂ ਹਜ਼ੂਰ ਨੇ ਕਿਹਾ ਹਨੇਰਾ ਹੈ, ਗੁਰ ਬਿਨ ਘੋਰ ਅੰਧਾਰ,
ਗੁਰੂ ਬਿਨ ਸਮਝ ਨਾ ਆਵੈ। ਇਸ ਰਾਹ ਦੇ ਉੱਤੇ ਜਿਹਨੂੰ ਸੰਤ ਕਾ ਮਾਰਗ ਧਰਮ ਕੀ ਪੌੜੀ ਕਿਹਾ, ਜਿੰਨਾ ਚਿਰ ਗੁਰੂ ਦੀ ਅਗਵਾਈ ਵਿੱਚ ਨਹੀਂ ਤੁਰਦੇ ਆਦਮੀ ਕਬੁੱਧ ਕਰਨ ਲੱਗ ਪਏਗਾ। ਤੇ ਸਤਿਗੁਰੂ ਨੇ ਬਚਨ ਕਹੇ ਨੇ ਬਾਣੀ ਵਿੱਚ, ਕਲਗੀਧਰ ਪਾਤਸ਼ਾਹ ਨੇ, ਕਿ ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਕਬੁੱਧ ਦਾ ਮਤਲਬ ਗਲਤ ਤਰੀਕੇ ਨਾਲ ਧਰਮ ਦੀ ਕਮਾਈ ਕਰਨੀ, ਉਹਦੇ ਤੋਂ ਲੋਕਾਂ ਨੂੰ ਹਟਾਇਆ। ਕੋਈ ਕੁਝ ਕਿਸੇ ਤਰੀਕੇ ਨਾਲ ਜਾ ਰਹੇ ਸਨ ਤੇ ਸਤਿਗੁਰੂ ਨੇ ਕਿਹਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ, ਬਕ ਧਿਆਨ ਲਗਾਇਓ। ਅੱਖਾਂ ਬੰਦ ਕਰਨ ਵਾਲਿਆਂ ਨੂੰ ਵੀ ਸੁਚੇਤ ਕੀਤਾ, ਅੱਖਾਂ ਖੋਲ੍ਹਣ ਵਾਲਿਆਂ ਨੂੰ ਵੀ ਸੁਚੇਤ ਕੀਤਾ। ਜਿਹੜੇ ਬਹਿਣ ਨਾਲ ਕੇਵਲ ਸਮਾਧੀਆਂ ਵਿੱਚ ਹੀ ਰੱਬ ਨੂੰ ਗੁਲਾਮ ਕਰਨਾ ਚਾਹੁੰਦੇ, ਉਹਨਾਂ ਨੂੰ ਵੀ ਸੁਚੇਤ ਕੀਤਾ। ਤੇ ਜਿਹੜੇ ਬੈਠਦੇ ਹੀ ਨਹੀਂ, ਉਹਨਾਂ ਨੂੰ ਵੀ ਸੁਚੇਤ ਕੀਤਾ। ਦੋਵੇਂ ਹੀ ਗਲਤ ਜਾ ਰਹੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ, ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ। ਕਹਿਣ ਲੱਗੇ ਇੱਕ ਤੀਰਥ ਦੀ ਗੱਲ ਨਹੀਂ। ਜੇ ਕੋਈ ਬੰਦਾ 7 ਸਮੁੰਦਰਾਂ ਵਿੱਚ ਇਸ਼ਨਾਨ ਕਰਦਾ ਰਹੇ, ਸਾਰੇ ਤੀਰਥਾਂ ਤੇ, ਕਹਿੰਦੇ ਜੇ ਉਹਨੇ ਅੰਦਰੋਂ ਨਾਮ ਨਾਲ ਸਾਂਝ ਨਹੀਂ ਪਾਈ, ਗੁਰੂ ਕੇ ਬਚਨ ਦੀ ਕਮਾਈ ਨਹੀਂ ਕੀਤੀ, ਤੇ ਲੋਕ ਗਇਓ ਪਰ ਲੋਕ ਗਵਾਇਓ। ਇਹ ਸਾਰਾ ਕੁਝ ਵਿਅਸਤ ਚਲਾ ਗਿਆ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਬੈਸ ਕਹਿੰਦੇ ਨੇ ਉਮਰ ਨੂੰ। ਇਸ ਤਰ੍ਹਾਂ ਹੀ ਉਮਰ ਲੰਘਾ ਦਿੱਤੀ ਸਾਰੀ, ਠੀਕ ਨਹੀਂ ਕੀਤਾ ਕੰਮ। ਫਿਰ ਹਜ਼ੂਰ ਨੂੰ ਕਿਸੇ ਸਿੱਖ ਨੇ ਪੁੱਛਿਆ ਕਿ ਮਹਾਰਾਜ ਫਿਰ ਠੀਕ ਰਾਹ ਕਿਹੜਾ ਹੈ? ਤੇ ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਕਾਲ ਪੁਰਖ ਦਾ ਰਸਤਾ ਸਿਰਫ ਪ੍ਰੇਮ ਹੈ। ਦੂਜੇ ਤਾਂ ਉਹਦੇ ਸਿਰਫ ਸਹਾਇਕ ਨੇ ਕਰਮ। ਕੋਈ ਸੇਵਾ ਕਰਦਾ ਹੈ, ਕੋਈ ਜਪ ਕਰਦਾ, ਕੋਈ ਆਪਣੇ ਧਰਮ ਦੀ ਪੁਸਤਕ ਪੜ੍ਹਦਾ, ਕੋਈ ਅਰਥ ਪੜ੍ਹਦਾ, ਕੋਈ ਬੋਲਦਾ ਹੈ, ਕੋਈ ਸੁਣਦਾ ਹੈ, ਕੋਈ ਜਪਾਂ ਤਪਾਂ ਵਿੱਚ ਲੱਗਾ ਹੈ, ਤਾਂ ਇਹ ਸਾਰੇ ਕਰਮ ਤੇ ਕੇਵਲ ਉਸ ਪ੍ਰੇਮ ਦੇ ਸਹਾਇਕ ਹੋ ਸਕਦੇ ਨੇ। ਉਹਨੂੰ ਪੈਦਾ ਕਰਨ ਲਈ ਜੇ ਕੋਈ ਕਰੇ, ਫਿਰ ਤੇ ਇਹ ਜਪ ਤਪ ਹੋ ਗਏ ਸੁਖਾਲੇ ਔਰ ਆਨੰਦ ਦੇਣ ਵਾਲੇ। ਤੇ ਜੇ ਜਪਾਂ ਤਪਾਂ ਦਾ ਵਿਸ਼ਾ ਕੋਈ ਹੋਰ ਹੋਇਆ, ਫਿਰ ਉਹ ਕੁਰਾਏ ਪੈ ਗਿਆ ਆਦਮੀ। ਇਸ ਕਰਕੇ ਕਹਿੰਦੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਸਤਿਗੁਰੂ ਨੇ, ਮੈਂ ਬੇਨਤੀ ਕਰ ਰਿਹਾ ਸੀ, ਜਿਹੜੀ ਸਾਂਝ ਉਹਨਾਂ ਨੇ ਪਾਈ ਅਕਾਲ ਪੁਰਖ ਦੇ ਚਰਨਾਂ ਨਾਲ, ਉਹਦੇ ਵਿੱਚੋਂ ਜਿਹੜਾ ਤਜਰਬਾ ਹੋਇਆ, ਉਹ ਸਾਡੇ ਵਾਸਤੇ ਉਹਦਾ ਸਰੂਪ ਇਸ ਬਾਣੀ ਵਿੱਚ ਬਿਆਨ ਕੀਤਾ ਹੈ ਕਿ ਅਕਾਲ ਪੁਰਖ ਜਿਹੜਾ ਤੁਸੀਂ ਜਿਹਨੂੰ ਸਿਮਰ ਰਹੇ ਹੋ, ਜਿਹਨੂੰ ਤੁਸੀਂ ਪੜ੍ਹ ਰਹੇ ਹੋ, ਕਿਵੇਂ ਦਾ ਹੈ, ਉਹਦਾ ਰੂਪ ਕਿਵੇਂ ਦਾ, ਉਹਦਾ ਰੰਗ ਕਿਵੇਂ ਦਾ, ਉਹਦੇ ਸਰੂਪ ਕਿਵੇਂ ਦਾ ਹੈ, ਉਹ ਕੌਣ ਹੈ, ਉਹਦਾ ਸੁਭਾਵ ਕਿਵੇਂ ਦਾ ਹੈ। ਤੇ ਸਤਿਗੁਰੂ ਨੇ ਅੱਜ ਦੇ ਪਹਿਲੇ ਸ਼ੰਤ ਵਿੱਚ ਕਿਰਪਾ ਕੀਤੀ, ਕਹਿੰਦੇ, ਨਾ ਚਿਤਰੈ ਨਾ ਮਿੱਤਰੈ। ਜਿਸ ਰੱਬ ਦੀ ਗੱਲ ਕਲਗੀਆਂ ਵਾਲੇ ਪਾਤਸ਼ਾਹ ਕਰ ਰਹੇ ਨੇ, ਕਹਿੰਦੇ ਉਹਦਾ ਚਿੱਤਰ ਕੋਈ ਨਹੀਂ ਹੈ, ਉਹਦੀ ਤਸਵੀਰ ਕੋਈ ਨਹੀਂ, ਉਹਦੀ ਮੂਰਤੀ ਕੋਈ ਨਹੀਂ ਹੈ, ਉਹਦਾ ਸਰੀਰ ਕੋਈ ਨਹੀਂ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਹੈ। ਨਾ ਚਿੱਤਰੈ, ਕੋਈ ਚਿੱਤਰ ਨਹੀਂ ਉਸਦਾ, ਉਹਦਾ ਕੋਈ ਤੁਸੀਂ ਨਿਸ਼ਾਨਾ ਨਹੀਂ ਬਣਾ ਸਕਦੇ ਵੀ ਕਿਸ ਨੂੰ ਯਾਦ ਕਰਨਾ ਤੇ ਕਿਹੜੇ ਤਰੀਕੇ ਨਾਲ ਕਿਹਦਾ ਧਿਆਨ ਕਰਨਾ। ਇੱਥੋਂ ਤੱਕ ਕਿ ਜਿਨ੍ਹਾਂ ਨੇ ਉਹਨੂੰ ਪਿਆਰ ਕੀਤਾ ਹੈ, ਉਹ ਵੀ ਇਸ ਸਰੀਰ ਰੂਪੀ ਚਿੱਤਰ ਤੋਂ ਉੱਚੇ ਉੱਠ ਗਏ। ਦੁਨੀਆ ਵਿੱਚ ਜੋ ਕੁਝ ਹੈ, ਸਾਰਾ ਕੁਝ ਚਿੱਤਰਾਂ ਵਿੱਚ ਬੱਝਿਆ ਹੋਇਆ, ਤਸਵੀਰਾਂ ਵਿੱਚ ਹੈ, ਸਰੀਰਾਂ ਵਿੱਚ ਹੈ, ਪਰ ਉਹਦਾ ਸਵਰੂਪ ਇਸ ਤੋਂ ਪਰੇ ਹੈ।
ਕਹਿੰਦੇ ਜਿਨ੍ਹਾਂ ਨੇ ਉਹਨੂੰ ਜਪਿਆ, ਬੜੇ ਲੋਕ ਚਿੱਤਰਾਂ ਤਸਵੀਰਾਂ ਵਿੱਚ ਫਸੇ ਰਹਿੰਦੇ ਨੇ। ਵੈਸੇ ਤਾਂ ਮੈਂ ਬੇਨਤੀ ਕਰਾਂ, ਬਹੁਤੇ ਧਾਰਮਿਕ ਲੋਕਾਂ ਦਾ, ਸੰਸਾਰੀ ਦਾ ਤੇ ਜੀਵਨ ਹੈ ਹੀ ਰੱਬ ਦੇ ਪਿਆਰ ਤੋਂ ਬਿਨਾਂ, ਕੋਈ ਸ਼ੱਕ ਨਹੀਂ। ਜਿਹੜਾ ਬੰਦਾ ਹੈ ਸੰਸਾਰੀ, ਜਿਹੜਾ ਦਿਸ ਦੀ ਖਾਕ ਨੂੰ ਜੀਵਨ ਸਮਝ ਰਿਹਾ, ਉਹਦਾ ਜੀਵਨ, ਉਹਦਾ ਤੇ ਹੈ ਹੀ ਰੱਬ ਦੇ ਪਿਆਰ ਤੋਂ ਖਾਲੀ ਹੈ। ਬਹੁਤਾਤ ਵਿੱਚ ਧਾਰਮਿਕ ਜਗਤ ਦਾ ਜੀਵਨ ਵੀ ਰੱਬ ਦੇ ਪਿਆਰ ਤੋਂ ਖਾਲੀ ਹੁੰਦਾ ਹੈ। ਉਹਦਾ ਕੋਈ ਨਿਸ਼ਾਨਾ ਉਹਦੇ ਨਾਲ ਜੁੜਨਾ ਨਹੀਂ ਹੁੰਦਾ। ਤਾਂ ਜਿਨ੍ਹਾਂ ਨੇ ਜੁੜਨਾ ਹੈ ਉਹ ਉਹਦੇ ਚਿੱਤਰ ਨਾਲ ਨਹੀਂ, ਕਹਿਣ ਲੱਗੇ ਚਿੱਤਰ ਉਸ ਦਾ ਹੈ ਹੀ ਨਹੀਂ, ਕੋਈ ਤਸਵੀਰ ਉਹਦੀ ਹੈ ਹੀ ਕੋਈ ਨਹੀਂ, ਉਹਦਾ ਕੋਈ ਰੂਪ ਨਹੀਂ। ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਜਬ ਹਮ ਰੂਪ ਕੀਏ ਬਹੁ ਤੇਰੇ, ਅਬ ਫੁਨ ਰੂਪ ਨਾ ਹੋਈ, ਤਾਗਾ ਤੰਤ ਸਾਜ ਥਪ ਸਭ ਥਾਕਾ, ਰਾਮ ਨਾਮ ਬਸ ਹੋਈ। ਕਹਿੰਦੇ ਪਹਿਲਾਂ ਮੈਂ ਜਦੋਂ ਉਹਦੇ ਨਾਲ ਸਾਂਝ ਸ਼ੁਰੂ ਕੀਤੀ ਤੇ ਮੇਰੇ ਆਪਣੇ ਵੀ ਕਈ ਰੂਪ ਸਨ। ਬੰਦੇ ਦੇ ਆਪਣੇ ਕਈ ਸਰੂਪ ਨੇ, ਸਰੀਰ ਇੱਕ ਹੈ, ਅੰਦਰਲੇ ਰੂਪ ਸਾਡੇ ਕਈ ਨੇ, ਅੰਦਰਲੇ ਰੰਗ ਕਈ ਨੇ। ਕਹਿੰਦੇ ਜਿਉਂ-ਜਿਉਂ ਮੈਂ ਉਹਦੇ ਨਾਲ ਸਨੇਹ ਪਾਇਆ, ਜਿਉਂ-ਜਿਉਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੁਰਤ ਜੋੜੀ, ਤਿਉਂ-ਤਿਉਂ ਮੇਰੇ ਅੰਦਰਲੇ ਜਿਹੜੇ ਸਾਰੇ ਰੂਪ ਸਨ, ਮਨ ਦੇ ਕਈ ਸਰੂਪ ਨੇ, ਸਰੀਰ ਦਾ ਤਾਂ ਇੱਕੋ ਹੀ ਰੂਪ ਹੈ, ਮਨ ਕਈ ਤਰ੍ਹਾਂ ਦਾ ਹੈ। ਕਦੀ ਇਹ ਧਰਮੀ ਹੈ, ਧਾਰਮਿਕ ਚਿਹਰਾ ਬਣ ਜਾਂਦਾ ਹੈ, ਕਦੀ ਇਹ ਦਿਆਲੂ ਹੈ, ਇਹਦੇ ਚਿਹਰੇ 'ਤੇ ਦਇਆ ਆ ਜਾਂਦੀ, ਉਹ ਦਇਆ ਦਾ ਚਿਹਰਾ ਹੋਰ ਹੈ, ਉਹ ਰੂਪ ਵੱਖਰਾ ਹੈ। ਕਦੀ ਇਹ ਸੰਤੋਖੀ ਹੋ ਜਾਂਦਾ, ਉਹ ਚਿਹਰਾ ਸੰਤੋਖ ਵਾਲਾ ਹੋਰ ਹੈ। ਕਦੀ ਇਹਦੇ ਮਨ ਵਿੱਚ ਲੋਭ ਪੈਦਾ ਹੋ ਜਾਂਦਾ ਤੇ ਲੋਭ ਵਾਲਾ ਚਿਹਰਾ, ਲੋਭ ਵਾਲੀਆਂ ਅੱਖਾਂ ਹੋਰ ਨੇ। ਕਦੀ ਇਹਦਾ ਮਨ ਨਿਮਰਤਾ ਵਿੱਚ ਜਾਂਦਾ, ਮਾਸ ਦਾ ਚਿਹਰਾ ਉਹ ਹੀ ਰਹਿੰਦਾ, ਪਰ ਭਾਵ ਬਦਲ ਜਾਂਦੇ ਨੇ, ਵੇਖਣ ਦੀ ਬਿਰਤੀ ਬਦਲ ਜਾਂਦੀ ਹੈ। ਕਦੀ ਇਸ ਦਾ ਮਨ ਨਿਮਰਤਾ ਵਿੱਚ ਰਹਿੰਦਾ, ਉਹ ਰੂਪ ਹੋਰ ਹੈ। ਕਦੀ ਇਸ ਦਾ ਮਨ ਹੰਕਾਰ ਵਿੱਚ ਆ ਜਾਂਦਾ ਤੇ ਉਹ ਚਿਹਰਾ ਤਬਦੀਲ ਹੋ ਗਿਆ, ਹੰਕਾਰੀ ਹੋ ਗਿਆ। ਕਦੀ ਇਸ ਦੇ ਮਨ ਦੇ ਵਿੱਚ ਸ਼ਰਧਾ ਜਾਗ ਪੈਂਦੀ, ਵਿਸ਼ਵਾਸ ਪੈਦਾ ਹੁੰਦਾ ਤੇ ਉਹ ਚਿਹਰਾ ਹੋਰ ਹੋ ਜਾਂਦਾ, ਰੂਪ ਬਦਲ ਜਾਂਦਾ ਹੈ। ਕਦੀ ਫਿਰ ਸ਼ੱਕ ਕਰ ਲੈਂਦਾ ਹੈ, ਫਿਰ ਇਹਦਾ ਵਿਸ਼ਵਾਸ ਡੋਲ ਜਾਂਦਾ, ਫਿਰ ਚਿਹਰਾ ਹੋਰ ਬਦਲ ਜਾਂਦਾ। ਕਿੰਨੇ ਰੂਪ ਨੇ ਸਾਡੇ ਜੀਵਨ ਵਿੱਚ, ਸਰੀਰ ਇੱਕ, ਰੂਪ ਅਨੇਕ। ਜਿਨ੍ਹਾਂ ਨੇ ਉਸ ਇੱਕ ਰੂਪ ਵਾਲੇ ਨਾਲ ਪਿਆਰ ਕੀਤਾ ਹੈ, ਸਹਿਜੇ ਸਹਿਜੇ ਉਹਨਾਂ ਦੇ ਸਾਰੇ ਰੂਪ ਖਤਮ ਹੋ ਜਾਂਦੇ, ਉਹ ਆਪਣੇ ਉਹਨਾਂ ਦੇ ਰੂਪ ਤਬਦੀਲ ਨਹੀਂ ਹੁੰਦੇ, ਇੱਕੋ ਜਿਹੇ ਰਹਿ ਜਾਂਦੇ, ਇੱਕ ਨਾਲ ਜੁੜ ਕੇ ਇੱਕ ਵਰਗੇ ਬਣ ਗਏ। ਉਹਨਾਂ ਦਾ ਕੋਈ ਹੋਰ ਅੰਦਰ ਕਦੀ ਤਬਦੀਲ ਨਹੀਂ ਹੁੰਦਾ, ਚਿਹਰਾ ਮੋਹਰਾ ਇੱਕੋ ਬਣਿਆ ਰਹਿੰਦਾ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨਾ ਚਿੱਤਰੈ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਕੋਈ ਚਿੱਤਰ ਨਹੀਂ, ਤੁਹਾਡੀ ਕੋਈ ਤਸਵੀਰ ਨਹੀਂ। ਫਿਰ ਇੱਕ ਬਚਨ ਕੀਤਾ, ਕਹਿੰਦੇ ਨਾ ਮਿੱਤਰੈ, ਤੇਰੀ ਕਿਸੇ ਨਾਲ ਨਿੱਜੀ ਤੌਰ 'ਤੇ ਕੋਈ ਪੱਖਪਾਤ ਵਾਲੀ ਮਿੱਤਰਤਾ ਨਹੀਂ ਹੈ। ਵੀ ਇੱਕ ਬੰਦੇ ਨਾਲ ਮਿੱਤਰਤਾ ਹੈ, ਕਿਉਂਕਿ ਜੇ ਮਿੱਤਰ ਹੈ ਤੇ ਦੁਸ਼ਮਣ ਵੀ ਹੋਣਗੇ। ਜੇ ਮਿੱਤਰਤਾ ਪਾਈ, ਉਹਦੇ ਨਾਲ ਪੱਖ ਕਰ ਲਿਆ, ਫਿਰ ਕਿਸੇ ਨਾ ਕਿਸੇ ਨਾਲ ਦੁਸ਼ਮਣੀ ਵੀ ਬਣੇਗੀ। ਮਿੱਤਰਤਾ ਦਾ ਮਤਲਬ ਹੈ, ਗੁਰੂ ਸਾਹਿਬ ਕਹਿੰਦੇ ਤੇਰਾ ਕੋਈ ਮਿੱਤਰ ਨਹੀਂ। ਵੈਸੇ ਤੇ ਬਾਣੀ ਵਿੱਚ ਅਕਾਲ ਪੁਰਖ ਨੂੰ ਵੀ ਮਿੱਤਰ ਕਿਹਾ ਹੈ, ਦੋਸਤ ਕਿਹਾ ਹੈ, ਸਭ ਤੋਂ ਨੇੜਲਾ ਸੰਬੰਧ ਹੈ ਮਿੱਤਰਤਾ ਪਾਉਣੀ, ਦੋਸਤੀ ਬਣਾਉਣੀ। ਪਰ ਇੱਥੇ ਜਿਹੜਾ ਬਚਨ ਕੀਤਾ ਜਾਪ ਸਾਹਿਬ ਦੀ ਬਾਣੀ ਵਿੱਚ, ਕਹਿਣ ਲੱਗੇ ਤੂੰ ਕਿਸੇ ਇੱਕ ਨਾਲ ਮੋਹ ਦੇ ਵਸ ਹੋ ਕੇ ਮਿੱਤਰਤਾ ਨਹੀਂ ਪਾਉਂਦਾ। ਜਿਵੇਂ ਆਪਣੇ ਮਿੱਤਰ ਦੀ ਬੰਦਾ ਸਹਾਇਤਾ ਕਰਦਾ, ਭਾਵੇਂ ਉਹ ਗਲਤ ਵੀ ਹੈ, ਫਿਰ ਵੀ ਉਹਦੀ ਗੁਰੂ ਕੇ ਸਵਾਰੇ ਉਹ ਸਹਾਇਤਾ ਵਿੱਚ ਉਸ ਗਲਤ ਮਿੱਤਰ ਦੀ ਵੀ ਸਹਾਇਤਾ ਕਰਦਾ ਹੈ। ਪਰ ਰੱਬ ਵਿੱਚ, ਅਕਾਲ ਪੁਰਖ ਵਿੱਚ ਇਸ ਤਰ੍ਹਾਂ ਦਾ ਸੁਭਾਵ ਨਹੀਂ। ਉਹ ਕਹਿੰਦੇ ਨਾ ਮਿੱਤਰ ਹੈ, ਕੋਈ ਮਿੱਤਰ ਤੇਰਾ ਇਸ ਤਰ੍ਹਾਂ ਦਾ ਨਹੀਂ। ਫਿਰ ਸਾਹਿਬ ਕਹਿੰਦੇ ਪਰੇ ਹੈ, ਪਰੇ ਦਾ ਮਤਲਬ ਜਿੱਥੋਂ ਤੱਕ ਬੰਦੇ ਦੇ ਹੱਥ ਜਾਂਦੇ ਨੇ ਉਸ ਤੋਂ ਪਰੇ ਹੋਰ ਰਹਿ ਜਾਂਦਾ, ਕੋਈ ਉਹਨੂੰ ਫੜ ਨਹੀਂ ਸਕਦਾ। ਬੜਿਆਂ ਨੇ ਉਹਦਾ ਅੰਤ ਪਾਉਣ ਦਾ ਯਤਨ ਕੀਤਾ ਹੈ,
ਬਹੁਤਿਆਂ ਨੇ ਉਹਨੂੰ ਵੇਖਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਬਣਾਏ ਹੋਏ ਸੰਸਾਰ ਦਾ ਹਿਸਾਬ ਕਿਤਾਬ ਲਾਉਣ ਦਾ ਯਤਨ ਕੀਤਾ ਹੈ। ਸਤਿਗੁਰਾਂ ਨੇ ਕਿਹਾ ਪਰੇ ਹੈ, ਜਿੱਥੋਂ ਤੱਕ ਕੋਈ ਗਿਆ ਉਸ ਤੋਂ ਵੀ ਵੱਡਾ ਅੱਗੇ ਹੋਰ ਬਚ ਗਿਆ। ਜਿੱਥੋਂ ਤੱਕ ਕਿਸੇ ਨੇ ਪਾਇਆ, ਜਿੱਥੋਂ ਤੱਕ ਕਿਸੇ ਦੀ ਸੋਝੀ ਗਈ, ਉਹ ਆਪਣੇ ਉਸ ਦਾਇਰੇ ਦੇ ਵਿੱਚ ਫਸਿਆ ਰਹਿੰਦਾ ਕਿ ਮੈਨੂੰ ਇਹ ਜਾਣਕਾਰੀ ਮਿਲ ਗਈ, ਮੇਰੇ ਕੋਲੋਂ ਗਿਆਨ ਆ ਗਿਆ। ਪਰ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਪਰੇ ਹੈ, ਪਰੇ ਹੈ, ਕੋਈ ਤੇਰਾ ਅੰਤ ਨਹੀਂ ਪਾ ਸਕਦਾ, ਦੂਰ ਤੋਂ ਦੂਰ ਹੈ, ਜਿੱਥੋਂ ਤੱਕ ਕੋਈ ਨਹੀਂ ਅੱਜ ਤੱਕ ਗਿਆ। ਇੰਨਾ ਵੱਡਾ, ਇੰਨਾ ਬੇਅੰਤ ਹੈ। ਬਾਣੀ ਵਿੱਚ ਇਹ ਭਾਵਾਤਮਕ ਦਸ਼ਾ ਹੈ, ਇਹਨੂੰ ਕਹਿੰਦੇ ਨੇ ਪਿਆਰ ਪੈਦਾ ਕਰਨ ਦੀ ਦਸ਼ਾ। ਕਿਉਂਕਿ ਜਿਹੜੀ ਚੀਜ਼ ਦਾ ਅੰਤ ਲੱਭ ਜਾਏ ਨਾ, ਉਹਦੇ ਵਿੱਚ ਫਿਰ ਖਿੱਚ ਖਤਮ ਹੋ ਜਾਏਗੀ। ਕੋਈ ਵੀ ਚੀਜ਼ ਹੈ, ਜਿੰਨਾ ਚਿਰ ਤੁਸੀਂ ਉਹਨੂੰ ਦੇਖਿਆ ਨਹੀਂ ਸੰਸਾਰ ਦੇ ਵਿੱਚ, ਉਹਨਾਂ ਚਿਰ ਉਹਦੇ ਵਿੱਚ ਉਤਸੁਕਤਾ ਬਣੀ ਰਹੇਗੀ, ਉਹਦੇ ਵਿੱਚ ਖਿੱਚ ਬਣੀ ਰਹੇਗੀ, ਆਦਮੀ ਉਹਦੇ ਪਿੱਛੇ ਦੌੜਦਾ ਰਹੇਗਾ। ਪਰ ਜਿੱਦਣ ਉਹਦੀ ਪ੍ਰਾਪਤੀ ਹੋ ਗਈ ਤੇ ਉਹਨੂੰ ਸਾਰੇ ਨੂੰ ਦੇਖ ਲਿਆ, ਉਦਣ ਖਿੱਚ ਖਤਮ ਹੋ ਗਈ। ਸਤਿਗੁਰੂ ਕਹਿੰਦੇ ਅਕਾਲ ਪੁਰਖ ਦਾ ਅੰਤ ਨਹੀਂ, ਇਸ ਕਰਕੇ ਉਹਦੇ ਵੱਲ ਤੁਰਨ ਵਾਲਿਆਂ ਦੇ ਅੰਦਰ ਕਦੀ ਉਹਦੀ ਪਿਆਰ ਦੀ ਖਿੱਚ ਖਤਮ ਨਹੀਂ ਹੁੰਦੀ, ਪਰੇ ਹੈ। ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਦੇ ਇੱਕ ਸ਼ਬਦ ਦੇ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਕੋਟ ਕੋਟੀ ਮੇਰੀ ਆਰਜਾ ਪਵਨ ਪੀਨ ਅਪਿਆਓ, ਚੰਦ ਸੂਰਜ ਦੋਇ ਗੁਫੈ ਨਾ ਦੇਖਾਂ, ਸੁਪਨੈ ਸੌਣ ਨਾ ਥਾਉ, ਵੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ। ਤੇਰੇ ਨਾਮ ਦੀ ਵੀ ਕੀਮਤ ਨਹੀਂ, ਬੜਾ ਅਮੁੱਲ ਹੈ। ਬਸ ਇਹੀ ਉਹਦੇ ਵਿੱਚ ਵਿਸ਼ੇਸ਼ਤਾ ਹੈ। ਦੁਨੀਆ ਦੇ ਵਪਾਰ ਦੇ ਅੰਦਰ, ਦੁਨੀਆ ਦੇ ਕਾਰੋਬਾਰ ਦੇ ਅੰਦਰ ਹਰ ਇੱਕ ਚੀਜ਼ ਤੋਂ ਆਦਮੀ ਅਕੇਵੇਂ ਵਿੱਚ ਚਲਾ ਗਿਆ, ਅੱਕ ਗਿਆ, ਕਿਉਂਕਿ ਉਹਦੇ ਵਿੱਚ ਹਰ ਇੱਕ ਚੀਜ਼ ਦੀ ਹੱਦ ਬੰਨੀ ਹੈ, ਇਸ ਕਰਕੇ ਉਹਦੇ ਵਿੱਚ ਰਸ ਨਹੀਂ। ਤੇ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਪਰੇ ਹੈ, ਤੂੰ ਪਰੇ ਤੋਂ ਪਰੇ ਹੈ, ਵੱਡੇ ਤੋਂ ਵੱਡਾ ਹੈ। ਇੱਕ ਹੋਰ ਬੜਾ ਸੋਹਣਾ ਬਚਨ ਕੀਤਾ, ਕਹਿੰਦੇ ਪਵਿੱਤਰ ਹੈ, ਤੇਰਾ ਜੀਵਨ ਬੜਾ ਪਵਿੱਤਰ ਹੈ, ਉਹਦੇ ਵਿੱਚ ਮੈਲ ਕੋਈ ਨਹੀਂ ਹੈ, ਕਦੀ ਉਹਦੇ ਵਿੱਚ ਹੰਕਾਰ ਨਹੀਂ ਆਉਂਦਾ। ਇੰਨੇ ਲੋਕ ਤੇਰੇ ਅੱਗੇ ਝੁਕਦੇ ਨੇ, ਕਈ ਲੋਕ ਤੇਰੀ ਨਿੰਦਿਆ ਵੀ ਕਰਦੇ ਨੇ, ਕਈ ਲੋਕ ਜਿਨ੍ਹਾਂ ਨੂੰ ਜਿਹੜੇ ਤੇਰੇ ਤੋਂ ਬੜਾ ਕੁਝ ਲੈਂਦੇ ਨੇ, ਤੂੰ ਸਾਰਿਆਂ ਨੂੰ ਦੇਣ ਵਾਲਾ ਹੈ, ਪਰ ਲੈ ਕੇ ਕਦੀ ਤੇਰਾ ਇੱਕ ਵਾਰੀ ਸ਼ੁਕਰਾਨਾ ਵੀ ਨਹੀਂ ਕਰਦੇ ਉਹਨਾਂ ਤੇ, ਕਦੀ ਤੈਨੂੰ ਗਿਲਾ ਤੇ ਕ੍ਰੋਧ ਵੀ ਨਹੀਂ ਆਉਂਦਾ। ਜੇ ਬਹੁਤ ਸਾਰੇ ਲੋਕ ਤੇਰੇ ਅੱਗੇ ਝੁਕਦੇ ਨੇ ਤੇ ਇਸ ਗੱਲ ਦਾ ਕਦੀ ਤੈਨੂੰ ਹੰਕਾਰ ਵੀ ਨਹੀਂ ਆਉਂਦਾ। ਤੂੰ ਵਿਕਾਰਾਂ ਤੋਂ ਪਵਿੱਤਰ ਹੈ। 5 ਵਿਕਾਰ ਨੇ ਨਾ ਜਿਹੜੇ, ਇੱਥੇ ਪਵਿੱਤਰ ਦਾ ਅਰਥ ਇਹ ਹੈ, ਤੈਨੂੰ ਕਿਸੇ ਚੀਜ਼ ਦੀ ਮੈਲ ਨਹੀਂ ਪਾਉਂਦੀ, ਧੁੱਪਿਆ ਹੋਇਆ, ਨਹਾਤਾ ਧੋਤਾ ਹੈ, ਇਸ਼ਨਾਨ ਹੈ ਤੇਰਾ ਇੱਕ ਜੀਵਨ। ਨਾ ਤੇਰੇ ਵਿੱਚ ਵਿਕਾਰ ਦੀ ਮੈਲ ਹੈ, ਨਾ ਤੇਰੇ ਅੰਦਰ ਕ੍ਰੋਧ ਹੈ, ਨਾ ਤੇਰੇ ਅੰਦਰ ਲੋਭ ਦੀਆਂ ਲਹਿਰਾਂ ਹਨ, ਨਾ ਤੇਰੇ ਅੰਦਰ ਮੋਹ ਹੈ। ਹੁਣ ਵੇਖੋ, ਜਿਹੜਾ ਅਕਾਲ ਪੁਰਖ ਇਸ ਤਰ੍ਹਾਂ ਦਾ ਹੈ, ਜਿਹਦੇ ਵਿੱਚ ਕੋਈ ਮੈਲ ਨਹੀਂ, ਉਹਦੇ ਨਾਲ ਨਾਤਾ ਉਸ ਵਿਅਕਤੀ ਦਾ ਬਣੇਗਾ ਜਿਹੜਾ ਖੁਦ ਇਸ ਤਰ੍ਹਾਂ ਦਾ ਪਵਿੱਤਰ ਹੋ ਗਿਆ। ਜਿੱਦਣ ਪਵਿੱਤਰਤਾ ਆ ਗਈ, ਸਫਾਈ ਆ ਗਈ, ਉਸ ਦਿਨ ਉਹਨੂੰ ਯਾਦ ਕਰਨ ਦੀ ਵੀ ਲੋੜ ਨਹੀਂ, ਉਸ ਦਿਨ ਉਹਨੂੰ ਜਪਣ ਦੀ ਵੀ ਜ਼ਰੂਰਤ ਨਹੀਂ ਹੈ। ਉਹਦੇ ਤੋਂ ਦੂਰੀ ਹੈ ਸਾਡੀ ਅਪਵਿੱਤਰਤਾ, ਉਹਦੇ ਤੋਂ ਦੂਰ ਹੋਣ ਦਾ ਕਾਰਨ ਹੈ ਸਾਡੇ ਮਨ ਦੇ ਵਿੱਚ ਪਈ ਹੋਈ ਮੈਲ। ਤੇ ਜਿੰਨਾ ਚਿਰ ਉਹ ਨਹੀਂ ਜਾਂਦੀ, ਬਿਲਕੁਲ ਨੇੜੇ ਹੈ, ਕੋਲ ਹੈ, ਕਹਿ ਰਵਿਦਾਸ ਹਾਥ ਪੈ ਨੇਰਾ, ਸੰਬੰਧ ਨਹੀਂ ਜੁੜਦਾ, ਨਾਤਾ ਨਹੀਂ ਬਣਦਾ, ਕਿਉਂਕਿ ਉਹਦੇ ਵਿੱਚ ਮੈਲ ਕੋਈ ਨਹੀਂ ਹੈ, ਇੱਧਰ ਮੈਲ ਬਹੁਤ ਜ਼ਿਆਦਾ ਹੈ। ਮਾਧੋ ਹਮ ਐਸੇ ਤੂੰ ਐਸਾ। ਹੁਣ ਦੋਵਾਂ ਦਾ ਜੋੜ ਕਿਵੇਂ ਬਣੇ? ਦੋ ਚੀਜ਼ਾਂ ਆਪਸ ਵਿੱਚ ਕਿਵੇਂ ਮਿਲਣ? ਇੱਕ ਤੇ ਬਿਲਕੁਲ ਸਾਫ਼ ਹੈ ਕੱਪੜਾ, ਇੱਕ ਨਾਲ ਮੈਲਾ, ਦੋਵਾਂ ਨੂੰ ਇਕੱਠੇ ਰੱਖ ਦਿਓ, ਦੋਵਾਂ ਦਾ ਜੋੜ ਨਹੀਂ ਬਣੇਗਾ।
ਇੱਕ ਪਾਸੇ ਜਿਸ ਮਨ ਨੂੰ ਅਸੀਂ ਲੈ ਕੇ ਤੁਰੇ ਹਾਂ ਉਹਦੇ ਵਿੱਚ ਕਈ ਤਰ੍ਹਾਂ ਦੀ ਮੈਲ ਹੈ, ਹੁਣ ਵਾਲੀ ਵੀ ਹੈ। ਫਿਰ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਇਹ ਤੇ ਬੰਦਾ ਧਾਰਮਿਕ ਹੈ, ਪੁਰਾਣੀ ਵੀ ਮੈਲ ਹੈ। ਸਤਿਗੁਰੂ ਨੇ ਬਚਨ ਕਿਹਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਤੇ ਮੈਲ ਇੰਨੀ, ਕਹਿੰਦੇ ਖੰਦਲੀ ਧੋਤੀ ਉਜਲੀ ਨਾ ਥੀਐ, ਜੇ ਸੋ ਧੋਵਣ ਪਾਹੋ ਖੰਦਲੀ। ਕਹਿੰਦੇ ਨੇ ਕੋਹਲੂ ਨੂੰ ਸਾਫ਼ ਕਰਨ ਵਾਲੀ ਲੀਰ। ਹੁਣ ਉਹਦੇ ਰਸਤੇ ਵਿੱਚ ਰੁਕਾਵਟ ਕੀ ਹੈ? ਉਹਦਾ ਜੀਵਨ ਬਿਲਕੁਲ ਪਵਿੱਤਰ। ਰੱਬ ਦਾ ਇੱਕ ਸਭ ਤੋਂ ਵੱਡਾ ਗੁਣ ਹੈ ਕਿ ਉਹਦੇ ਵਿੱਚ ਸਰਲਤਾ ਬਣੀ ਹੈ। ਸਰਲਤਾ ਦਾ ਮਤਲਬ ਸਿੱਧਾ ਬਹੁਤ ਹੈ, ਬਿਲਕੁਲ ਸਰਲ ਹੈ, ਸਿੱਧਾ ਸਾਦਾ। ਉਹਦੇ ਮਨ ਵਿੱਚ ਕੋਈ ਵਲ ਵਿੰਗ ਨਹੀਂ ਹੈ, ਕੋਈ ਉਹਦੇ ਮਨ ਦੇ ਵਿੱਚ ਮੇਰ ਤੇਰ ਨਹੀਂ ਹੈ, ਉਹਦੇ ਮਨ ਵਿੱਚ ਕਿਸੇ ਚੀਜ਼ ਪ੍ਰਤੀ ਪਕੜ ਨਹੀਂ ਹੈ। ਹੁਣ ਆਮ ਆਦਮੀ ਸੋਚਦਾ ਹੈ ਵੀ ਮੈਂ ਇੰਨਾ ਕੁਝ ਕਰਨਾ ਪਰ ਮੇਰਾ ਮਨ ਨਹੀਂ ਟਿਕਦਾ, ਮੈਂ ਬਹੁਤ ਕੁਝ ਕੀਤਾ ਹੈ, ਮੈਂ ਬੜਾ ਕੁਝ ਕਮਾਇਆ ਜ਼ਿੰਦਗੀ ਵਿੱਚ, ਪਰ ਮੇਰਾ ਮਨ ਨਹੀਂ ਟਿਕਦਾ, ਮੈਨੂੰ ਆਨੰਦ ਨਹੀਂ ਮਿਲਦਾ, ਮੈਨੂੰ ਸੁੱਖ ਨਹੀਂ ਪ੍ਰਾਪਤ ਹੋਇਆ ਧਰਮ ਦੇ ਵਿੱਚੋਂ। ਕਿਤੇ ਨਾ ਕਿਤੇ ਜ਼ਰੂਰ ਮੈਲ ਹੈ, ਕਿਤੇ ਵਲ ਵਿੰਗ ਹੈ, ਨਹੀਂ ਤੇ ਮਤਲਬ ਹੀ ਕੋਈ ਨਹੀਂ ਹੈ। ਜੇ ਵਲ ਵਿੰਗ ਨਿਕਲ ਗਏ, ਜੇ ਮੈਲ ਅੰਦਰੋਂ ਨਿਕਲ ਗਈ, ਤੇ ਇਹਦੇ ਤੋਂ ਬਿਨਾਂ ਹੋਰ ਕੋਈ ਤਰੀਕਾ ਹੀ ਨਹੀਂ ਸੁੱਖ ਦੇਣ ਵਾਲਾ। ਸਤਿਗੁਰੂ ਨੇ ਕਿਹਾ, ਹਜ਼ਾਰਾਂ ਯੁੱਗ ਜਪਦਾ ਰਹੋ, ਜਿੰਨਾ ਚਿਰ ਮਰਜ਼ੀ ਕਰਦਾ ਰਹੋ ਕਮਾਈ, ਜਿੰਨਾ ਚਿਰ ਤੇਰੇ ਅੰਦਰਲੀ ਹਉਮੈ ਦੀ ਮੈਲ ਸਭ ਤੋਂ ਵੱਡੀ ਹੈ, ਉਹਨੂੰ ਤੂੰ ਨਾ ਧੋਤਾ, ਅੰਦਰ ਨੂੰ ਪਵਿੱਤਰ ਨਾ ਕੀਤਾ, ਤੇ ਤੇਰੇ ਕਰਮ ਜਿਹੜੇ ਉਸ ਦਰ ਤੇ ਪ੍ਰਵਾਨ ਨਹੀਂ ਹੋਣਗੇ। ਉਦਾਹਰਨਾਂ ਇਸ ਗੱਲ ਦੇ ਉੱਤੇ ਬਹੁਤ ਦਿੱਤੀਆਂ ਗਈਆਂ ਬਾਣੀ ਵਿੱਚ। ਸਾਹਿਬ ਨੇ ਬਚਨ ਕੀਤੇ ਨੇ, ਕਹਿੰਦੇ ਵੇਖ ਹੱਥਾਂ ਨੂੰ ਮਿੱਟੀ ਲੱਗ ਜਾਏ ਤੇ ਪਾਣੀ ਨਾਲ ਤੂੰ ਧੋ ਲੈਣਾ, ਉਹਦੇ ਵਾਸਤੇ ਪਾਣੀ ਉਪਲਬਧ ਹੈ। ਹੱਥ ਪੈਰ ਪਾਣੀ ਨਾਲ ਧੋਈਦੇ ਨੇ। ਜੇ ਕੱਪੜਿਆਂ ਨੂੰ ਮੈਲ ਲੱਗੀ ਤੇ ਸਾਬਣ ਲਾ ਕੇ ਉਹਨਾਂ ਨੂੰ ਵੀ ਧੋ ਲੈਣਾ, ਤੂੰ ਮੈਲੀ ਚੀਜ਼ ਪ੍ਰਵਾਨ ਨਹੀਂ ਕਰਦਾ, ਸਾਫ਼ ਕਰਦਾ ਰਹਿਣਾ, ਹਰ ਰੋਜ਼ ਧੋਣਾ ਹੈ, ਫਿਰ ਉਹਨਾਂ ਨੂੰ ਪਵਿੱਤਰ ਕਰਨਾ, ਫਿਰ ਪਾਉਣਾ ਹਰ ਰੋਜ਼। ਸਫਾਈ ਬੰਦੇ ਦੇ ਮਨ ਦੀ ਇੱਕ ਮੰਗ ਹੈ, ਉਹਦੀ ਇੱਕ ਚੁਆਇਸ, ਚਾਹ ਹੈ ਕਿ ਮੇਰੇ ਕੱਪੜੇ ਸਾਫ਼ ਰਹਿਣ। ਪਰ ਕਹਿੰਦੇ ਰੱਬ ਦੇ ਅੱਗੇ ਤੂੰ ਇਸ ਤਰ੍ਹਾਂ ਦਾ ਮਨ ਲੈ ਕੇ ਗਿਆ ਹੈ ਜਿਹਨੂੰ ਬਹੁਤ ਜ਼ਿਆਦੀ ਮੈਂ ਮੇਰੀ ਦੀ ਮੈਲ ਲੱਗੀ ਹੋਈ ਹੈ। ਤੂੰ ਪਕੜ ਨਹੀਂ ਛੱਡੀ ਸੰਸਾਰ ਦੀ। ਸਭ ਤੋਂ ਵੱਡੀ ਮੈਲ ਇਹ ਹੈ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਇੱਥੋਂ ਤੱਕ ਹਜ਼ੂਰ ਨੇ ਉਦਾਹਰਨ ਦਿੱਤੀ ਏ। ਇਹਦੇ ਅੱਗੇ ਅਸਲੀ ਗੱਲ ਸ਼ੁਰੂ ਕੀਤੀ, ਕਹਿੰਦੇ ਭਰੀਐ ਮਤ ਪਾਪਾਂ ਕੇ ਸੰਗ। ਮਤ ਜਿਹੜੀ ਹੈ, ਮਤ ਦਾ ਇੱਕ ਕੱਪੜਾ ਹੈ, ਉਹ ਪਾਪ ਦੀ ਮੈਲ ਨਾਲ ਭਰਿਆ ਹੋਇਆ। ਜਿਵੇਂ ਇਹਨਾਂ ਹੱਥਾਂ ਨੇ ਧੁੱਪਣਾ ਸੀ ਪਾਣੀ ਨਾਲ, ਉਹਨੇ ਧੁੱਪਣਾ ਸੀ ਨਾਮ ਦੇ ਪਿਆਰ ਨਾਲ। ਸਪਸ਼ਟ ਕਹਿ ਦਿੱਤਾ, ਦੋਵੇਂ ਸਾਧਨ ਦੱਸ ਦਿੱਤੇ। ਇੱਧਰ ਹੱਥਾਂ ਦੀ ਮਿੱਟੀ ਲਾਉਣ ਵਾਲਾ ਪਾਣੀ ਹੈ, ਉੱਧਰ ਮਨ ਦੀ ਮਿੱਟੀ ਲਾਉਣ ਵਾਲਾ ਨਾਮ ਦਾ ਪਿਆਰ ਹੈ। ਇੱਥੇ ਨਾਮ ਨਾਵੈ ਕੇ ਰੰਗ ਲਿਖਿਆ ਹੈ, ਇੱਥੇ ਨਾਮ ਜਪਣਾ ਨਹੀਂ ਲਿਖਿਆ, ਖਿਆਲ ਰੱਖਣਾ। ਉਹ ਧੁੱਪ ਹੈ, ਨਾਵੈ ਕੇ ਰੰਗ, ਰੰਗ ਦਾ ਅਰਥ ਹੈ ਪਿਆਰ। ਹੁਣ ਜਦੋਂ ਬੰਦੇ ਦੇ ਹੱਥਾਂ ਨੂੰ ਮਿੱਟੀ ਲੱਗੀ ਤੇ ਉਹਨੇ ਹੱਥ ਬਿਲਕੁਲ ਅੱਗੇ ਕੀਤੇ ਉਸ ਪਾਣੀ ਦੇ, ਹੱਥਾਂ ਦੇ ਉੱਤੇ ਪਾਣੀ ਪਿਆ, ਫਿਰ ਮਲਿਆ ਵੀ ਉਹਨੂੰ, ਸਾਬਣ ਵੀ ਲਾਉਣਾ ਪਿਆ, ਤਾਂ ਉਹਦੇ ਹੱਥਾਂ ਦੀ ਮੈਲ ਲੱਥੀ। ਪਰ ਇੱਧਰ ਆਦਮੀ ਕੀ ਕਰਦਾ ਹੈ, ਮੱਤ ਤੇ ਉਹਦੀ ਕਿਤੇ ਹੋਰ ਹੁੰਦੀ ਹੈ, ਤੇ ਜਦੋਂ ਨਾਮ ਜਪਦਾ ਉਹ ਜਾਪ ਵੱਖਰਾ ਰਹਿੰਦਾ, ਪਾਣੀ ਨੇੜੇ ਹੀ ਨਹੀਂ ਆਉਂਦਾ ਮਨ ਦੇ, ਮੱਤ ਦੇ। ਨਾਮ ਤੇ ਸ਼ਬਦ ਦੀ ਤੇ ਮਨ ਦੀ ਆਪਸ ਵਿੱਚ ਸਾਂਝ ਨਹੀਂ ਬਣਦੀ, ਫਿਰ ਸ਼ਬਦ ਕੁਝ ਨਹੀਂ ਕਰੇਗਾ, ਖਿਆਲ ਰੱਖਣਾ।
ਇਹ ਥੋੜ੍ਹੀ ਜਿਹੀ ਗੱਲ ਅਸ਼ਰਧਕ ਹੋਵੇਗੀ ਜਾਂ ਕੌੜੀ ਲੱਗੇਗੀ ਜਾਂ ਝਟਕਾ ਦੇਵੇਗੀ, ਫਿਰ ਨਹੀਂ ਕਰਨਾ ਚਾਹੀਦਾ, ਕਰ ਲੈਣਾ ਚਾਹੀਦਾ। ਕਦੀ ਨਾ ਕਦਾਈ ਤਾਂ ਮਨ ਜੁੜੇਗਾ ਹੀ ਨਾ। ਚਲੋ ਬੰਦੇ ਦਾ ਮਨ ਨਾ ਜੁੜੇ, ਉਹ ਜਪੇ ਤਾਂ ਸਹੀ, ਇਹ ਸੱਚ ਹੈ, ਮਨ ਨਾ ਨਾਲ ਲੱਗੇ। ਕਦੀ ਭੁੱਲ ਭੁਲੇਖੇ ਜਪੀ ਜਾਏਗਾ, ਇੱਧਰ ਉੱਧਰ ਜਾਂਦਾ, ਕਿਤੇ ਨਾ ਕਿਤੇ 4 ਬੂੰਦਾਂ ਪੈਣਗੀਆਂ ਉੱਤੇ ਮਨ ਦੇ। ਪਰ ਇਹ ਕਦੀ ਨਾ ਸੋਚਣਾ ਵੀ ਮਨ ਵਿੱਚ ਸ਼ਾਮਲ ਨਾ ਹੋਇਆ ਤੇ ਜਪ ਸਾਡਾ ਕੋਈ ਸਵਾਰ ਦੇਗਾ, ਫਿਰ ਨਹੀਂ ਹੋਏਗਾ। ਇਸ ਸੱਚ ਨੂੰ ਤੇ ਕਹਿ ਦੇਣਾ ਚਾਹੀਦਾ ਤੇ ਸੁਣ ਵੀ ਲੈਣਾ ਚਾਹੀਦਾ, ਤਾਂ ਕਿ ਬੰਦਾ ਠੀਕ ਤਰ੍ਹਾਂ ਕਰੇ ਇਸ ਰਾਹ ਨੂੰ। ਹਜ਼ੂਰ ਕਹਿੰਦੇ ਨੇ, ਤੇਰੀ ਮੱਤ ਦੇ ਉੱਤੇ ਨਾਮ ਦੇ ਪਾਣੀ ਦੀਆਂ ਕਣੀਆਂ ਨਹੀਂ ਪੈਂਦੀਆਂ, ਨਾਮ ਵੱਖਰਾ ਰਹਿੰਦਾ, ਉਹ ਰਸਨਾ ਜਪੀ ਜਾਂਦੀ ਹੈ। ਮਨ ਕਿਤੇ ਹੋਰ ਤੁਰਿਆ ਫਿਰਦਾ, ਮਨ ਫਸਿਆ ਹੋਇਆ ਸੰਸਾਰ ਵਿੱਚ, ਮਨ ਉੱਥੋਂ ਨਿਕਲਦਾ ਨਹੀਂ, ਦੋਵਾਂ ਦੀ ਸਾਂਝ ਨਹੀਂ ਬਣਦੀ। ਤੇ ਦੋ ਮਿਲ ਕਾਰਜ ਉਪਜੈ, ਪਾਣੀ ਤੇ ਕੱਪੜਾ ਇਕੱਠੇ ਹੋਣਗੇ ਤਾਂ ਕਾਰਜ ਦਾ ਅਰਥ ਹੈ, ਕੰਮ ਤਾਂ ਹੋਣਾ ਹੈ। ਜਿੰਨਾ ਚਿਰ ਕੱਪੜਿਆਂ ਦਾ ਢੇਰ ਇੱਕ ਪਾਸੇ ਮੈਲਿਆਂ ਦਾ ਰੱਖ ਦਿਓ, ਪਾਣੀ ਦਾ ਟੱਬ ਇੱਕ ਪਾਸੇ ਭਰ ਕੇ ਸਾਰੀ ਉਮਰ ਕੋਲ ਬੈਠੇ ਰਹੋ ਵੀ ਇਹ ਪਾਣੀ ਇਹਨੂੰ ਧੋ ਦੇਗਾ, ਕਦੋਂ ਧੋਵੇਗਾ? ਪਾਣੀ ਵੱਖਰਾ ਹੈ, ਕੱਪੜਿਆਂ ਦਾ ਢੇਰ ਦੂਰ ਪਿਆ 1-2 ਫੁੱਟ, 1-2 ਫੁੱਟ ਦੀ ਦੂਰ ਵੀ ਨਹੀਂ, ਜੇ 1 ਇੰਚ ਦੀ ਦੂਰੀ ਵੀ ਰਹਿ ਗਈ ਪਾਣੀ ਨੇ ਫਿਰ ਵੀ ਕੰਮ ਨਹੀਂ ਕਰਨਾ। ਉਹ ਕੱਪੜੇ ਉਸ ਪਾਣੀ ਦੇ ਵਿੱਚ ਪੈਣੇ ਚਾਹੀਦੇ। ਇਸੇ ਤਰ੍ਹਾਂ ਬੰਦੇ ਦਾ ਕਮਾਇਆ ਹੋਇਆ ਧਰਮ, ਕੀਤੇ ਹੋਏ ਜਪ ਤਪ, ਕੀਤੀ ਹੋਈ ਸੇਵਾ, ਬਹੁਤ ਕੁਝ ਕਰਦਾ ਹੈ, ਉਹਦੇ ਨਾਲ ਮਨ ਨਹੀਂ ਕਦੀ ਜੋੜਿਆ, ਕਦੀ ਅੰਦਰੋਂ ਉੱਧਰ ਗਿਆ ਨਹੀਂ, ਫਿਰ ਇਹਦੇ ਕਰਮ ਜਿਹੜੇ ਨੇ ਇਹਨੂੰ ਕਦੀ ਸ਼ੁੱਧ ਨਹੀਂ ਕਰ ਸਕਣਗੇ। ਇਸੇ ਨੂੰ ਸਤਿਗੁਰਾਂ ਨੇ ਕਿਹਾ ਸੀ ਵੀ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਠ ਕਰਨ ਵਾਸਤੇ ਕਿਹਾ ਗਿਆ ਸਿੱਖ ਨੂੰ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਪੜ੍ਹਨ ਦਾ ਹੁਕਮ ਕੀਤਾ ਗਿਆ, ਪਰ ਫਿਰ ਕਿਉਂ ਕਿਹਾ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ? ਅਸਲ ਵਿੱਚ ਪਾਠ ਠੀਕ ਢੰਗ ਨਾਲ ਨਹੀਂ ਕੀਤਾ ਜ਼ਰੂਰ, ਕੋਈ ਸ਼ੱਕ ਨਹੀਂ, ਤੁਰੇ ਜ਼ਰੂਰ, ਪਰ ਰਾਹ ਦਾ ਨਹੀਂ ਪਤਾ ਕਿੱਧਰ ਜਾ ਰਹੇ ਸੀ, ਐਵੇਂ ਤੁਰੇ ਗਏ, ਥੱਕ ਵੀ ਗਏ, ਪਹੁੰਚੇ ਵੀ ਕਿਤੇ ਨਹੀਂ, ਕੀਤਾ ਵੀ ਸਭ ਕੁਝ, ਹੋਇਆ ਵੀ ਕੁਝ ਨਹੀਂ। ਤਾਂ ਇਹਦੇ ਵਾਸਤੇ ਜ਼ਰੂਰਤ ਪੈਂਦੀ ਹੈ ਗੁਰੂ ਦੀ ਸੰਗਤ ਦੀ, ਉਹਦੇ ਤੋਂ ਬਿਨਾਂ ਇਹ ਰਾਹ ਲੰਮੇ ਹੋ ਜਾਂਦੇ ਨੇ, ਬੰਦਾ ਭਟਕ ਜਾਂਦਾ, ਦੂਰ ਚਲਾ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੇ ਹੋਏ ਗੁਰਮੁਖ, ਜਿਹਨੂੰ ਖਾਲਸਾ ਕਿਹਾ, ਜਿਸ ਨੂੰ ਸਾਧੂ ਕਿਹਾ, ਗੁਰਮੁਖ ਕਿਹਾ, ਜਿੰਨਾ ਚਿਰ ਕੋਈ ਉਹਨਾਂ ਦੀ ਸੰਗਤ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਸਾਂਝ ਨਹੀਂ ਪਾਉਂਦਾ, ਸਿੱਖਿਆ ਨਹੀਂ ਲੈਂਦਾ ਗੁਰਬਾਣੀ ਤੋਂ, ਉਹਨਾਂ ਚਿਰ ਉਹਦੇ ਕਰਮ ਜਿਹੜੇ ਨੇ ਭਟਕਦੇ, ਕਦੀ ਇੱਥੋਂ ਸੁਣੇਗਾ ਉਸ ਤਰ੍ਹਾਂ ਕਰਨ ਲੱਗ ਪਏਗਾ, ਰਾਹ ਵਿੱਚ ਦੂਜਾ ਮਿਲ ਗਿਆ ਉਹ ਛੱਡ ਕੇ ਹੋਰ ਕਰ ਲਿਆ, ਅਗਲੇ ਦਿਨ ਤੀਜਾ ਮਿਲਿਆ ਹੋਰ ਕਰ ਲਿਆ, ਇਸ ਤਰ੍ਹਾਂ ਭਟਕਦਾ ਰਹੇਗਾ ਸਾਰੀ ਉਮਰ। ਇਸ ਲਈ ਸਤਿਗੁਰੂ ਨੇ ਕਿਹਾ ਤੂੰ ਇੱਕ ਰਾਹ ਤੇ ਤੁਰ, ਇੱਕ ਚੁਣ ਲੈ, ਫਿਰ ਤੈਨੂੰ ਰਾਹ ਮਿਲ ਸਕਦਾ। ਤਾਂ ਫਿਰ ਇਹ ਜੀਵਨ ਜਦੋਂ ਪਵਿੱਤਰ ਹੋ ਗਿਆ, ਧੁੱਪ ਗਿਆ ਇਸ ਦਾ ਅੰਦਰਲਾ ਹਿੱਸਾ, ਸਾਰੀ ਮੈਲ ਉਤਰ ਗਈ ਤੇ ਪਵਿੱਤਰ ਹੋਇਆ, ਤੇ ਅਕਾਲ ਪੁਰਖ ਵਾਹਿਗੁਰੂ ਆਪ ਪਵਿੱਤਰ ਸਰੂਪ ਹੈ, ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਪਵਿੱਤਰ ਹੈ, ਪਵਿੱਤਰ ਹੈ, ਬੜਾ ਸਾਫ਼ ਹੈ, ਸਾਫ਼ ਦਿਲ, ਸਿੱਧੇ ਮਨ ਵਾਲਾ ਹੈ, ਨੇਕ ਨੀਅਤ ਵਾਲਾ ਹੈ। ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੋ ਗਿਆ, ਉਹਦੇ ਵਿੱਚ ਉਹਦਾ ਸੰਬੰਧ ਉਸ ਪਵਿੱਤਰ ਅਕਾਲ ਪੁਰਖ ਨਾਲ ਜੁੜ ਗਿਆ। ਫਿਰ ਕਹਿੰਦੇ ਪ੍ਰੇਥੀਸੈ, ਪ੍ਰੇਥੀਸੈ ਦੇ ਅਰਥ ਨੇ, ਈਸ ਦਾ ਅਰਥ ਹੈ ਰਾਜਾ, ਪ੍ਰਿਥੀ ਦਾ ਅਰਥ ਹੈ ਧਰਤੀ। ਇਹ ਸ਼ਬਦ ਬੜੇ ਮਹਿੰਗੇ ਨੇ, ਇੱਕ ਇੱਕ ਲਫ਼ਜ਼ ਬਾਣੀ ਪੜ੍ਹਨ ਵਾਲਿਆਂ ਨੂੰ ਕੰਮ ਦੇਣ ਵਾਲਾ ਹੈ। ਸਾਰੀ ਧਰਤੀ ਦਾ ਬਾਦਸ਼ਾਹ ਹੈ, ਸਾਰੀ ਧਰਤੀ ਦਾ ਮਾਲਕ ਹੈ, ਸਾਰਿਆਂ ਦੇ ਉੱਤੇ ਉਹਦਾ ਹੁਕਮ ਚੱਲ ਰਿਹਾ ਹੈ। ਇਸ ਕਰਕੇ ਇੱਕ ਹੋਰ ਸ਼ਬਦ ਬਾਣੀ ਵਿੱਚ ਆਇਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ,
ਇੱਕ ਤੇ ਰੱਬ ਰਾਜਾ ਹੈ ਧਰਤੀ ਦਾ, ਇੱਕ ਉਹਦੇ ਨਾਲ ਜੁੜਿਆ ਹੋਇਆ ਸਰੀਰਧਾਰੀ ਵੀ ਰਾਜਾ ਹੈ, ਇਸ ਧਰਤੀ ਦਾ ਬਾਦਸ਼ਾਹ ਹੈ। ਉਹਦੇ ਕੋਲ ਇੱਕ ਸ਼ਕਤੀ ਹੈ, ਕਿਉਂਕਿ ਜਿਹਦੀ ਮਿੱਤਰਤਾ ਵੱਡੇ ਨਾਲ ਹੈ ਓਨੀ ਸ਼ਕਤੀ ਉਹਨੂੰ ਮਿਲ ਗਈ, ਉਹਦਾ ਸਾਰੀ ਧਰਤੀ ਨਾਲ ਸੰਬੰਧ ਜੁੜ ਜਾਂਦਾ ਹੈ, ਸਾਰੇ ਜੀਵ ਉਹਦੇ ਅਨੁਸਾਰ ਚੱਲਦੇ, ਇਸ ਕਰਕੇ ਉਹ ਧਰਤੀ ਦਾ ਰਾਜਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਪ੍ਰੇਥੀ ਸੈ, ਪ੍ਰਿਥਵੀ ਦਾ ਈਸ ਹੈ, ਪ੍ਰਿਥਵੀ ਦਾ ਰਾਜਾ ਹੈ। ਫਿਰ ਕਹਿੰਦੇ ਆਦਿਸੈ, ਆਦਿਸੈ ਦਾ ਅਰਥ ਹੈ ਆਦ ਈਸੈ, ਆਦ ਦਾ ਅਰਥ ਸ਼ੁਰੂ ਤੋਂ ਹੀ ਹੈ। ਉਹਨੂੰ ਵਾਰ-ਵਾਰ ਰਾਜਾ ਬਣਨ ਵਾਸਤੇ ਯਤਨ ਨਹੀਂ ਕਰਨਾ ਪੈਂਦਾ, ਸਦੀਵ ਕਾਲ ਵਾਸਤੇ ਬਾਦਸ਼ਾਹ ਹੈ। ਹਜ਼ੂਰ ਅੱਗੇ ਬਚਨ ਕਰਦੇ ਕਹਿੰਦੇ ਅਦ੍ਰਿਸ਼ੈ, ਦਿਸਦਾ ਨਹੀਂ, ਦਿਸਣ ਤੋਂ ਰਹਿਤ ਹੈ, ਨਜ਼ਰ ਨਹੀਂ ਆਉਂਦਾ, ਇਸ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ। ਹਜ਼ੂਰ ਕਹਿੰਦੇ ਅਕ੍ਰਿਸ਼ੈ, ਕ੍ਰਿਸ਼ ਕਹਿੰਦੇ ਨੇ ਪੁੱਟ ਦੇਣਾ ਜਾਂ ਖਿੱਚ ਲੈਣਾ। ਉਹਨੂੰ ਕੋਈ ਆਪਣੇ ਵੱਲ ਬੜੀ ਚਲਾਕੀ ਨਾਲ ਖਿੱਚ ਨਹੀਂ ਸਕਦਾ, ਆਪਣੇ ਵੱਲ ਧੂ ਨਹੀਂ ਸਕਦਾ, ਇੰਨਾ ਮਹਾਨ ਹੈ, ਇੰਨਾ ਵੱਡਾ ਹੈ, ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਕਿਸੇ ਦੀ ਚਲਾਕੀ ਤੋਂ, ਕਿਸੇ ਦੇ ਦਾਨ ਤੋਂ, ਕਿਸੇ ਦੇ ਗਿਆਨ ਤੋਂ। ਇਹ ਸਾਰੀਆਂ ਚੀਜ਼ਾਂ ਬੰਦੇ ਦਾ ਹੰਕਾਰ ਹੈ ਨਾ। ਜਿਉਂ ਹੀ ਬੰਦਾ ਧਾਰਮਿਕ ਜਗਤ ਵਿੱਚ ਦਾਖਲ ਹੁੰਦਾ ਹੈ, ਜਿਉਂ ਹੀ ਉਹਦੇ ਸੰਸਾਰ ਦੇ ਹੰਕਾਰ ਛੁੱਟਦੇ ਨੇ, ਉਹ ਧਰਮ ਦੇ ਹੰਕਾਰ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਹੈ। ਧਾਰਨਾ ਹੈ ਨਾ ਬੰਦੇ ਦੇ ਮਨ ਵਿੱਚ, ਧਾਰਨਾ ਹੀ ਇਹਦਾ ਦੁੱਖ ਹੈ। ਧਾਰਨਾ ਦਾ ਮਤਲਬ ਆਪਣੀ ਬਣਾਈ ਹੋਈ ਸੋਚ। ਸੰਸਾਰ ਦੀ ਜਿਹੜੀ ਸੋਚ ਹੈ ਉਹ ਤੇ ਅਜੇ ਛੁੱਟੀ ਨਹੀਂ, ਸੰਸਾਰ ਦੀ ਵਿਚਾਰਧਾਰਾ ਤੇ ਅਜੇ ਟੁੱਟੀ ਨਹੀਂ, ਤੇ ਧਰਮ ਦੀ ਗਲਤ ਧਾਰਨਾ ਅੰਦਰ ਬਣਾ ਲਈ ਕਿ ਮੈਂ ਹਾਂ ਦਾਨੀ, ਮੈਂ ਹਾਂ ਸੇਵਾਦਾਰ, ਮੇਰੇ ਕੋਲ ਹੈ ਗਿਆਨ, ਮੈਂ ਤੇ ਇਹਨਾਂ ਕੁ ਜਾਣ ਲਿਆ ਹੈ, ਮੈਂ ਹਾਂ ਇੰਨਾ ਵੱਡਾ ਜਪੀ, ਮੈਂ ਹਾਂ ਇੰਨਾ ਵੱਡਾ ਤਪੀਸਰ, ਮੇਰੇ ਕੋਲ ਇਹ ਕੁਝ ਹੈ ਧਰਮ ਦੀ ਪੂੰਜੀ। ਇੱਕ ਪੰਡ ਲਾਈ ਸਿਰ ਦੇ ਉੱਤੋਂ ਸੰਸਾਰ ਦੇ ਹੰਕਾਰ ਦੀ, ਉਹ ਅਜੇ ਲੱਥੀ ਥੋੜ੍ਹੀ ਜਿਹੀ, ਤੇ ਓਨਾ ਹੀ ਭਾਰ ਇੱਥੋਂ ਚੁੱਕ ਲਿਆ, ਵਜਨ ਫਿਰ ਚੁੱਕ ਲਿਆ ਜਾਣਕਾਰੀ ਦਾ। ਫਿਰ ਅੰਦਰ ਹੰਕਾਰ ਦੀ ਪੰਡ ਇਕੱਠੀ ਕਰ ਲਈ, ਤੇ ਇਸ ਭਾਰ ਦੇ ਕਾਰਨ, ਇਸ ਵਜਨ ਦੇ ਕਾਰਨ ਇਸ ਰਾਹ 'ਤੇ ਫਿਰ ਕਾਮਯਾਬੀ ਨਹੀਂ। ਇਸ ਕਰਕੇ ਸਿੱਖ ਕਿਹਨੂੰ ਕਹਿੰਦੇ ਨੇ? ਜਿਹਨੂੰ ਬਹੁਤੀ ਜਾਣਕਾਰੀ ਹੈ। ਕਈ ਵਾਰੀ ਆਦਮੀ ਕਹਿੰਦਾ ਮੈਂ ਗੁਰਦੁਆਰੇ ਤੇ ਆਉਣਾ, ਪਰ ਇਹ ਗੱਲ ਨਹੀਂ ਮੰਨਦਾ, ਮੇਰੇ ਸਮਝ ਵਿੱਚ ਨਹੀਂ ਆਉਂਦੀ, ਇਹ ਗੱਲਾਂ ਮੈਂ ਨਹੀਂ ਮੰਨਦਾ। ਸਿੱਖ ਦਾ ਮਤਲਬ ਇਹ ਨਹੀਂ ਹੈ, ਉਹਦਾ ਮਤਲਬ ਹੈ ਜੋ ਕੁਝ ਗੁਰੂ ਨੇ ਕਿਹਾ ਉਹਨੂੰ ਮੰਨਣਾ ਪਏਗਾ। ਜੇ ਉਹਨੇ ਸਿੱਖੀ ਵਿੱਚ ਦਾਖਲ ਹੋਣਾ ਹੈ, ਉਹ ਵਿੱਚੋਂ ਵਿੱਚੋਂ ਛੱਡ ਨਹੀਂ ਸਕਦਾ ਕਿ ਇਹ ਚੀਜ਼ਾਂ ਮੇਰੇ ਦਿਮਾਗ ਨੂੰ ਮਾਫਕ ਨਹੀਂ ਆਈਆਂ। ਇਹ ਜੋ ਬਾਣੀ ਵਿੱਚ ਕਿਹਾ ਗਿਆ ਹੈ, ਇਹ ਗੱਲਾਂ ਵਿੱਚੋਂ ਵਿੱਚੋਂ ਹਰ ਇੱਕ ਬੰਦੇ ਨੇ ਆਪਣਾ ਆਪਣਾ ਗਿਆਨ ਕੱਢਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਸਮਸਤ ਗਿਆਨ ਹੈ ਇੱਕ ਗੁਰੂ ਗ੍ਰੰਥ ਸਾਹਿਬ ਦਾ ਇਕੱਠਾ ਗਿਆਨ, ਕਿ ਸਾਰਿਆਂ ਨੂੰ ਇੱਕਦਮ ਇਕੱਠਾ ਆਪਣੇ ਵਿੱਚ ਸਮਾਉਣਾ, ਸਾਰੀਆਂ ਵਿਚਾਰਾਂ ਨੂੰ। ਪਰ ਬੰਦੇ ਦੀ ਫਿਤਰਤ ਕੀ ਏ? ਉਹ ਕਹਿੰਦਾ ਵੀ ਮੈਂ ਆਪਣੇ ਹੰਕਾਰ ਨੂੰ ਬਚਾ ਕੇ ਰੱਖਣਾ। ਜਿਹੜੀਆਂ ਗੱਲਾਂ ਮੇਰੇ ਮਨ ਦੇ ਵਿੱਚ ਪੱਕੀਆਂ ਹੋਈਆਂ ਨੇ ਉਹ ਤਾਂ ਮੈਂ ਛੱਡਣੀਆਂ ਨਹੀਂ, ਤੇ ਜਿਹੜੀਆਂ ਗੱਲਾਂ ਮੇਰੇ ਮਨ ਨਾਲ ਸਹਿਮਤ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀ ਦੀਆਂ, ਉਹ ਵਿੱਚੋਂ ਮੈਂ ਮੰਨ ਲਵਾਂਗਾ। ਵਿੱਚੋਂ ਵਿੱਚੋਂ ਆਪਣਾ ਆਪਣਾ ਗਿਆਨ। ਮੈਂ ਬੜੇ ਵਿਆਖਿਆਕਾਰਾਂ ਨੂੰ ਸੁਣਨਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1-2% ਗਿਆਨ ਨੂੰ ਚੁੱਕਿਆ ਹੋਇਆ ਹੈ, ਉਹਦੇ ਉੱਤੇ ਬੋਲੀ ਜਾ ਰਹੇ ਨੇ। ਉਹ ਬਾਕੀ 99% ਵਿੱਚ ਹੈ ਨਹੀਂ ਉਹਦੇ। ਕਿਸੇ ਨੇ ਇੱਕ ਤੁਕ ਕੱਢ ਲਈ ਵੀ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣਿਆ, ਕਹਿੰਦੇ ਛੱਡੋ, ਪੜ੍ਹਨਾ ਹੈ ਹੀ ਨਹੀਂ, ਪਾਠ ਦੀ ਲੋੜ ਹੀ ਨਹੀਂ ਹੈ। 1 ਇੰਚ ਫੜ ਲਿਆ, ਬਾਕੀ ਛੱਡ ਦਿੱਤਾ ਸਾਰਾ। ਕੀ ਲੋੜ ਹੈ ਸੁਣਨ ਦੀ, ਕੀ ਲੋੜ ਪੜ੍ਹਨ ਦੀ? ਕੋਈ ਲੋੜ ਨਹੀਂ ਗੁਰਦੁਆਰੇ ਜਾਣ ਦੀ। ਵੇਖੋ ਬਾਣੀ ਕਹਿ ਰਹੀ ਹੈ ਕਿਆ ਪੜ੍ਹੀ ਹੈ, ਕਿਆ ਗੁਣੀ ਹੈ। ਇਹ ਕਿਵੇਂ ਹੋਇਆ? ਇਹਦੇ ਮਨ ਦੀ ਧਾਰਨਾ ਸੀ, ਮਨ ਦਾ ਗਿਆਨ ਸੀ।
ਤੇ ਉਹਨੇ ਗੁਰੂ ਕੋਲੋਂ ਵਿੱਚੋਂ ਮੋਹਰ ਲਵਾ ਲਈ ਵੀ ਇਹ ਮੇਰਾ ਮਨ ਦਾ ਹੰਕਾਰ ਠੀਕ ਹੈ ਵੀ ਨਹੀਂ ਪੜ੍ਹਨਾ ਚਾਹੀਦਾ, ਨਹੀਂ ਕਰਨਾ ਚਾਹੀਦਾ ਨਿਤਨੇਮ, ਨਹੀਂ ਜਾਣਾ ਚਾਹੀਦਾ ਗੁਰਦੁਆਰੇ। ਗਿਆਨ ਤੇ ਆਪਣਾ ਸੀ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹਨਾਂ ਕੁ ਗਿਆਨ ਕੱਢ ਲਿਆ ਜਿਹੜਾ ਆਪਣੇ ਮਨ ਨੂੰ ਚੰਗਾ ਲੱਗਦਾ। ਤੇ ਜਿਹੜਾ ਦੂਸਰਾ ਹੈ ਉਹ ਕਹਿੰਦੇ ਵੀ ਦਿਨ ਰਾਤ ਪੜ੍ਹਦੇ ਰਹਿਣਾ ਚਾਹੀਦਾ, ਮੰਨਣ ਦੀ ਕੋਈ ਲੋੜ ਨਹੀਂ ਹੈ, ਪੜ੍ਹੀ ਜਾਓ ਦਿਨ ਰਾਤ। ਪੜ੍ਹਨਾ ਬਹੁਤ ਲੰਬਾ ਹੈ, ਨਿਤਨੇਮ ਤੇ 8 ਘੰਟੇ ਦਾ ਹੈ, ਪਾਠ ਬਹੁਤ ਲੰਬੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਵੀ ਨਿਤਨੇਮ ਸ਼ਾਮਲ ਹੈ ਵਿੱਚ, ਹੋਰ ਵੀ ਕੀਤੇ ਹੋਏ ਨੇ। ਸੁਖਮਣੀ ਸਾਹਿਬ ਦੇ ਪਾਠ 52 ਅੱਖਰੀ ਸਾਰੇ ਕੀਤੇ ਨੇ, ਮਾੜੀ ਗੱਲ ਨਹੀਂ। ਗੁਰੂ ਸਾਹਿਬ ਨੇ ਕਿਹਾ ਬਾਣੀ ਜਿੰਨੀ ਪੜ੍ਹੇਗਾ ਉਹਨਾਂ ਤੈਨੂੰ ਲਾਭ ਹੈ, ਪਰ ਉਸ ਬਾਣੀ ਦੇ ਵਿੱਚ ਜੋ ਕੁਝ ਸਿਖਾਇਆ ਗਿਆ ਜਦੋਂ ਉਹਨੂੰ ਮੰਨਣ ਦੀ ਗੱਲ ਆਉਂਦੀ ਹੈ ਉਸ ਵੇਲੇ ਉਹ ਇਨਕਾਰ ਕਰ ਦਿੰਦਾ। ਉਹ ਕਹਿੰਦਾ ਮੰਨਣ ਵਾਲੇ ਹੋਰ ਬੜੇ ਨੇ, ਮੈਂ ਤੇ ਪੜ੍ਹਨ ਵਾਲਿਆਂ ਵਿੱਚ ਹਾਂ। ਉਹ ਇਕੱਲੇ ਪੜ੍ਹਨ ਤੇ ਖੜਾ ਹੈ। ਇਸ ਕਰਕੇ ਆਦਮੀ ਆਪਣੇ ਧਾਰਮਿਕ ਗ੍ਰੰਥ ਦੇ ਵਿੱਚੋਂ ਵੀ ਉਹੀ ਉਪਦੇਸ਼ ਸੁਣਦਾ ਹੈ ਜੋ ਉਹਦੇ ਮਨ ਦੇ ਵਿੱਚ ਹੈ। ਤਾਂ ਇੱਕ ਗੱਲ ਬੜੀ ਸਾਫ਼ ਹੈ ਕਿ ਗੁਰੂ ਦੀ ਸਮਝ ਉਹਨਾਂ ਨੂੰ ਆਈ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਕੀ ਮੱਤ ਦੁਆਰਾ ਸੁਣਿਆ, ਆਪਣੀ ਮੱਤ ਦੁਆਰਾ ਨਹੀਂ। ਉਹਨਾਂ ਨੂੰ ਸਿਰਫ ਸਮਝ ਆਏ, ਦੂਜਿਆਂ ਨੂੰ ਨਹੀਂ ਸਮਝ ਆਇਆ। ਕਿ ਬੜੇ ਸੁਣਦੇ ਰਹੇ, ਬੜੇ ਪੜ੍ਹਦੇ ਰਹੇ, ਕੋਈ ਸਮਝ ਨਹੀਂ ਆ ਰਹੀ, ਕੋਈ ਪਤਾ ਨਹੀਂ ਲੱਗ ਰਿਹਾ। ਤਾਂ ਜਦੋਂ ਵੀ ਗੁਰੂ ਨੂੰ ਸੁਣਨਾ, ਮਨ ਨੂੰ ਕੱਢ ਕੇ ਸੁਣਨਾ ਸੰਸਾਰ ਵਾਲੇ। ਪਹਿਲਾਂ ਗੁਰੂ ਤੋਂ ਮੱਤ ਮੰਗ ਲੈਣੀ, ਸਮਝ ਮੰਗ ਲੈਣੀ ਗੁਰੂ ਵਾਲੀ, ਨਹੀਂ ਤੇ ਆਪਣੀ ਸਮਝ ਨਾਲ ਤੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ ਹੀ ਨਹੀਂ ਜਾ ਸਕਦਾ। ਬੜੇ ਚਿਰ ਦੇ ਸੁਣ ਰਹੇ ਹਾਂ, ਕੁਝ ਨਹੀਂ ਬਣਿਆ। 4-4 ਘੰਟੇ ਸੁਣਦੇ ਹਾਂ, ਕਿਉਂਕਿ ਹੁਣ ਤੱਕ ਕਥਾ ਵੀ ਬਹੁਤ ਹੈ, ਗਿਆਨ ਵੀ ਬੜਾ ਹੈ, ਬੜੇ ਲਾਈਵ ਨੇ, ਬੜੇ ਰਿਕਾਰਡਿੰਗ, ਬਹੁਤ ਕੁਝ ਹੈ। 4-4 5-5 ਘੰਟੇ ਸੁਣਿਆ, ਸਿਰ ਥੱਕ ਗਿਆ, ਸਾਰੀ ਉਮਰ ਲੰਘ ਗਈ, ਅੰਦਰ ਟਿਕਿਆ ਨਹੀਂ। ਆਪਣਾ ਗਿਆਨ ਹੀ ਬਾਹਰੋਂ ਸੁਣਿਆ ਹੈ, ਬਾਹਰਲਾ। ਇਹ ਮੈਨੂੰ ਬੜਾ ਮਾਫਕ ਆਇਆ ਹੈ, ਇਹ ਮੈਨੂੰ ਚੰਗਾ ਲੱਗਾ ਹੈ। ਇਹ ਚੰਗਾ ਕਿਉਂ ਲੱਗਾ ਹੈ? ਕਿਉਂਕਿ ਮੇਰੇ ਮਨ ਨੂੰ ਚੰਗਾ ਲੱਗਾ ਹੈ। ਤਾਂ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਤੂੰ ਕਦੀ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਤੈਨੂੰ ਕੋਈ ਕਿਸੇ ਦਾਨ ਪੁੰਨ ਚਲਾਕੀ ਨਾਲ ਖੁਸ਼ ਨਹੀਂ ਕਰ ਸਕਦਾ। ਅਕ੍ਰਿਸ਼ ਹੈ। ਅਗਲਾ ਛੰਦ ਸ਼ੁਰੂ ਹੁੰਦਾ ਹੈ, ਕਲਗੀਧਰ ਪਾਤਸ਼ਾਹ ਕਹਿੰਦੇ ਭਗਵਤੀ ਛੰਦ। ਇਸ ਛੰਦ ਦਾ ਨਾਮ ਹੈ ਭਗਵਤੀ। ਭਗਵਤੀ ਕਿਸੇ ਦੇਵੀ ਦਾ ਨਾਮ ਨਹੀਂ, ਇਹ ਭਗਵ, ਇਹਦੇ ਅਰਥ ਨੇ ਪਿਆਰ ਦੀ ਭਾਸ਼ਾ। ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਸ਼ਬਦ ਸੁਣੋਗੇ, ਪੜ੍ਹੋਗੇ। ਰਵਿਦਾਸ ਜੀ ਦਾ ਸ਼ਬਦ ਹੈ ਕਿ ਧਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ। ਤਾੜੀ ਦਾ ਰੁੱਖ ਜਿਹੜਾ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ ਅਪਵਿੱਤਰ ਮੰਨਿਆ ਜਾਂਦਾ, ਕਿਉਂਕਿ ਉਹਦੇ ਵਿੱਚੋਂ ਸ਼ਰਾਬ ਨਿਕਲਦੀ। ਤਾਰ ਕਹਿੰਦੇ ਰੁੱਖ ਨੂੰ, ਤਾਰ ਕਹਿੰਦੇ ਤਾੜੀ ਦਾ ਰੁੱਖ। ਅਪਵਿੱਤਰ ਕਰ ਮਾਨੀਐ ਰੇ, ਮੰਨਿਆ ਜਾਂਦਾ ਵੀ ਉਹ ਅਪਵਿੱਤਰ ਹੈ। ਜੈਸੇ ਕਾਗਰਾ ਕਰਤ ਵਿਚਾਰੰ, ਇਹ ਵਿਚਾਰ ਚੱਲਦੀ ਸੰਸਾਰ ਵਿੱਚ। ਭਗਤ ਭਗਉਤ ਲਿਖਿਆ ਤੇ ਉਪਰੇ। ਇੱਥੇ ਭਗਤ ਦੇ ਅਰਥ ਨੇ ਭਗਤੀ, ਭਗਉਤ ਦਾ ਅਰਥ ਹੈ ਪਰਮਾਤਮਾ। ਭਗਉਤ ਦਾ ਅਰਥ ਪਰਮਾਤਮਾ ਹੈ। ਉਹਦੇ ਉੱਤੇ ਪਰਮਾਤਮਾ ਦੀ ਪਿਆਰ ਦੀ ਭਗਤੀ ਦੇ ਗੀਤ ਲਿਖੇ ਜਾਂਦੇ। ਭਗਤ ਭਗਉਤ, ਇਹ ਜਿਹੜਾ ਭਗਵਤੀ ਸ਼ਬਦ ਹੈ ਭਗਤੀ ਤੋਂ ਬਣਿਆ। ਭਗਤੀ ਦਾ ਅਰਥ ਉਹਨੂੰ ਪਿਆਰ ਨਾਲ ਪੁਕਾਰਨਾ। ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਗਵਤੀ ਛੰਦ, ਇਹ ਜਿਹੜਾ ਛੰਦ ਹੈ ਇਹਦੇ ਵਿੱਚ ਭਗਤੀ ਦਾ ਰਸ ਹੈ। ਇਸ ਛੰਦ ਦੇ ਅੰਦਰ ਭਗਤੀ ਰਸ ਹੈ, ਇਹਦੇ ਵਿੱਚ ਪਰਮਾਤਮਾ ਦਾ ਪਿਆਰ ਹੈ। ਫਿਰ ਕਹਿੰਦੇ ਤਵ ਪ੍ਰਸਾਦ ਕਥਤੇ। ਤਵ ਕਹਿੰਦੇ ਤੇਰੀ, ਪ੍ਰਸਾਦ ਦੇ ਅਰਥ ਨੇ ਕਿਰਪਾ, ਕਥਤੇ ਦਾ ਅਰਥ ਹੈ ਮੈਂ ਕਹਿ ਰਿਹਾ ਹਾਂ। ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ ਇਸ ਛੰਦ ਦੇ ਅੰਦਰ ਭਗਤੀ ਰਸ ਭਰਿਆ ਹੋਇਆ। ਤੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੀ ਕਿਰਪਾ ਨਾਲ ਇਸ ਛੰਦ ਨੂੰ ਕਥਤੇ ਦਾ ਅਰਥ ਹੈ ਕਹਿ ਰਿਹਾ, ਬੋਲ ਰਿਹਾ ਹਾਂ। ਅੱਗੇ ਕਿਰਪਾ ਕਰਦੇ ਹੋਏ ਕਹਿੰਦੇ ਆ ਛਿਜ ਦੇਸੈ
ਆ ਛਿਜ, ਛਿਜਣ ਤੋਂ ਰਹਿਤ। ਜਿਵੇਂ ਕੋਈ ਆਪਾਂ ਕੱਪੜਾ ਖਰੀਦਨੇ ਆ, ਉਹ ਛਿਜ ਜਾਂਦਾ ਵਿੱਚੋਂ, ਖਸਤਾ ਹੋ ਜਾਂਦਾ, ਜਰਜਰਾ ਹੋ ਜਾਂਦਾ, ਪਾਟ ਜਾਂਦਾ। ਦੇਸੈ ਦਾ ਅਰਥ ਹੈ ਦੇਸ਼। ਅਕਾਲ ਪੁਰਖ ਦਾ ਜਿਹੜਾ ਦੇਸ਼ ਹੈ ਜਿਹਦੇ ਵਿੱਚ ਉਹ ਰਹਿੰਦਾ। ਆ ਛਿਜੈ ਦਾ ਅਰਥ ਉਹ ਕਦੀ ਛਿਜਦਾ ਨਹੀਂ, ਕਦੀ ਪਾਟਦਾ ਨਹੀਂ, ਪੁਰਾਣਾ ਨਹੀਂ ਹੁੰਦਾ, ਸਦਾ ਕਾਇਮ ਰਹਿੰਦਾ ਹੈ। ਗੁਰਬਾਣੀ ਵਿੱਚ ਦੋ ਦੇਸ਼ਾਂ ਦੀ ਗੱਲ ਕੀਤੀ ਗਈ ਹੈ। ਵੈਸੇ ਤਾਂ ਕਈ ਦੇਸ਼ ਨੇ ਧਰਤੀ 'ਤੇ, ਆਦਮੀ ਨੇ ਵੰਡੇ ਨੇ, ਵੱਖਰੇ ਵੱਖਰੇ ਦੇਸ਼ਾਂ ਦੇ ਨਾਮ ਰੱਖੇ ਨੇ, ਪਰ ਗੁਰਬਾਣੀ ਵਿੱਚ ਸਿਰਫ ਦੋ ਦੇਸ਼ ਦੱਸੇ ਗਏ ਨੇ। ਉਹਦੇ ਵਿੱਚ ਇੱਕ ਖਾਕ ਦਾ ਦੇਸ਼, ਇੱਕ ਨੂਰ ਦਾ ਦੇਸ਼, ਜਿਹਨੂੰ ਕਿਹਾ ਵੀ ਲੋਕ ਔਰ ਪਰਲੋਕ। ਲੋਕ ਦਾ ਅਰਥ ਹੈ ਇਹ ਦੇਸ਼ ਜਿੱਥੇ ਤੁਸੀਂ ਰਹਿ ਰਹੇ ਹੋ, ਮਿੱਟੀ ਦਾ ਦੇਸ਼, ਮਿਰਤਕ ਮਿੱਟੀ, ਜਿੱਥੇ ਹਰ ਇੱਕ ਚੀਜ਼ ਮਿੱਟੀ ਵਿੱਚੋਂ ਪੈਦਾ ਹੋਈ ਹੈ। ਤੁਸੀਂ ਝਾਤੀ ਮਾਰ ਕੇ ਦੇਖੋ ਕਿੰਨਾ ਕੁਝ ਹੈ। ਦੂਰ ਨਾ ਜਾਓ, ਇਸ ਇਮਾਰਤ ਦੇ ਵਿੱਚ ਵੇਖ ਲਓ ਤੁਸੀਂ ਕਿੰਨਾ ਕੁਝ ਦੇਖ ਰਹੇ ਹੋ, ਰੰਗ ਬਿਰੰਗਾ ਕੱਪੜਾ ਹੈ, ਫੁੱਲ ਨੇ, ਕੈਮਰਾ ਹੈ, ਕਿੰਨਾ ਕੁਝ। ਸਰੀਰਧਾਰੀ ਹਾਂ, ਕੱਪੜੇ ਪਹਿਨੇ ਹੋਏ ਨੇ, ਸਟੀਲ ਹੈ, ਪੱਖੇ ਹਨ, ਕਿੰਨਾ ਕੁਝ ਹੈ। ਇਹ ਸਾਰਾ ਕੁਝ ਮਿੱਟੀ ਵਿੱਚੋਂ ਬਾਹਰ ਆਇਆ ਹੈ, ਧਰਤੀ ਵਿੱਚੋਂ ਪੈਦਾ ਹੋਇਆ, ਬਾਹਰੋਂ ਕਿਤੇੋਂ ਨਹੀਂ ਆਇਆ, ਜ਼ਮੀਨ ਵਿੱਚੋਂ ਨਿਕਲਿਆ ਹੈ। ਔਰ ਜਿਹਦੇ ਵਿੱਚੋਂ ਨਿਕਲਿਆ ਇਹਦੀ ਸਮਾਪਤੀ ਵੀ ਉਹਦੇ ਵਿੱਚ ਹੀ ਹੈ, ਇਹਦੀ ਵਾਪਸੀ ਵੀ ਉਹਦੇ ਵਿੱਚ, ਇਹ ਹੋਰ ਨਹੀਂ ਕਿਤੇ ਜਾ ਸਕਦਾ। ਮਿੱਟੀ ਵਿੱਚੋਂ ਨਿਕਲਿਆ ਮਿੱਟੀ ਵਿੱਚ ਆ ਸਕਦਾ। ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਇਹ ਇਸ ਦੇਸ਼ ਦਾ ਕਾਨੂੰਨ ਹੈ ਕਿ ਜਿਹੜੀ ਚੀਜ਼ ਇੱਥੇ ਬਣੀ ਹੈ ਉਹਦਾ ਇੱਕ ਕਾਲ ਹੈ, ਉਹਦਾ ਇੱਕ ਸਮਾਂ ਪੀੜ ਹੈ, ਉਹਦੇ ਤੋਂ ਬਾਅਦ ਉਹ ਫਿਰ ਮਿੱਟੀ ਹੋ ਜਾਏਗੀ। ਇਹ ਇਸ ਦੇਸ਼ ਦੀ ਦਸ਼ਾ ਹੈ। ਪਰ ਜਿਹਨੂੰ ਕਿਹਾ ਨਾ ਪਰਲੋਕ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਛਿਜ ਦੇਸ ਹੈ, ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਹੈ, ਉੱਥੇ ਕੋਈ ਚੀਜ਼ ਪੁਰਾਣੀ ਨਹੀਂ ਹੁੰਦੀ, ਉੱਥੇ ਕਿਸੇ ਚੀਜ਼ ਦੀ ਉਮਰਾਂ ਨਹੀਂ ਹੈ ਵੀ ਇੰਨੇ ਸਾਲ ਹੋ ਗਿਆ ਉਸ ਦੇਸ਼ ਵਿੱਚ, ਕਿੰਨੇ ਸਾਲ ਲੰਘ ਗਏ। ਉੱਥੇ ਕੋਈ ਸੰਨ ਨਹੀਂ, ਕੋਈ ਤਾਰੀਖ ਨਹੀਂ, ਕੋਈ ਰੌਲਾ ਨਹੀਂ ਤਾਰੀਖਾਂ ਦਾ ਵੀ ਕਿਹੜੀ ਤਰੀਕ ਨੂੰ ਕੀ ਹੈ। ਇਹ ਤਾਂ ਇਸ ਦੇਸ਼ ਦੀਆਂ ਚੀਜ਼ਾਂ ਨੇ ਨਾ, ਚੀਜ਼ਾਂ ਮਿਣਦੇ ਰਹਿਣਾ, ਚੀਜ਼ਾਂ ਗਿਣਦੇ ਰਹਿਣਾ। ਇਸ ਕਰਕੇ ਜਦੋਂ ਉਸ ਦੇਸ਼ ਦੀ ਗੱਲ ਗੁਰਬਾਣੀ ਵਿੱਚੋਂ ਪੜ੍ਹੀਏ ਤੇ ਆਹ ਗੱਲਾਂ ਛੋਟੀਆਂ ਰਹਿ ਗਈਆਂ ਵੀ ਫਲਾਣੇ ਦਿਨ ਕਿਹੜਾ ਕੰਮ ਹੋਇਆ ਸੀ। ਨਿੱਤ ਨਵੇਂ ਵਿਵਾਦ ਨੇ, ਤੇ ਵਿਵਾਦ ਆਮ ਆਦਮੀ ਨਹੀਂ ਪਾ ਰਿਹਾ। ਵਿਵਾਦ ਪਾਉਣਾ ਸਾਡੇ ਬੁਲਾਰਿਆਂ ਦੀ ਇੱਕ ਖੁਰਾਕ ਬਣ ਗਈ, ਆਦਤ ਨਵੀਂ ਤੋਂ ਨਵੀਂ। ਇੱਕ ਪਾਸੇ ਤੇ ਅਸੀਂ ਉਸ ਗੁਰਪੁਰਬ ਤੇ ਚਲੇ ਵੀ ਜਾਂਦੇ ਹਾਂ ਕਥਾ ਕਰਨ ਵਾਸਤੇ, ਬੋਲਣ ਵਾਸਤੇ। ਕਿਸੇ ਨੇ ਬੁਲਾਇਆ ਵੀ ਇਹ 25-26 ਤਰੀਕ ਜਿਹੜੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ, ਚਲੇ ਵੀ ਗਏ। ਉੱਥੇ ਜਾ ਕੇ ਕਥਾ ਵੀ ਕੀਤੀ, ਬੋਲ ਵੀ ਲਿਆ, ਮਾਇਆ ਵੀ ਲੈ ਲਈ, ਤੇ ਵਿੱਚ ਇੱਕ ਗੱਲ ਕਹਿ ਦਿੱਤੀ ਵੀ ਜਿਹੜੇ ਦਿਨ ਤੁਸੀਂ ਆ ਮਨਾ ਰਹੇ ਹੋ ਨਾ 25-26, ਇਹ 13 ਪੋਹ ਵਾਲੇ ਦਿਨ ਠੀਕ ਨਹੀਂ। ਉਹ ਤਰੀਕਾਂ ਹੋਰ ਨੇ ਜਿਹੜੀਆਂ ਇਤਿਹਾਸ ਵਿੱਚ ਲਿਖੀਆਂ ਹੋਈਆਂ ਨੇ, ਤੇ ਜੇ ਠੀਕ ਨਹੀਂ ਫਿਰ ਆਪਾਂ ਗਏ ਕਿਉਂ ਉੱਥੇ, ਜਵਾਬ ਦੇ ਦਿੰਦੇ। ਜੇ ਇੱਕ ਕੰਮ ਨੂੰ ਅਸੀਂ ਕਹਿ ਰਹੇ ਹਾਂ ਵੀ ਗਲਤ ਹੈ, ਠੀਕ ਨਹੀਂ, ਤੇ ਆਪ ਉੱਥੇ ਜਾ ਰਹੇ ਹਾਂ, ਇਹਦਾ ਮਤਲਬ ਉਹ ਆਮ ਬੰਦੇ ਨੂੰ ਤੇ ਪਤਾ ਨਹੀਂ, ਉਹ ਤਾਂ ਗਲਤੀ ਕਰ ਰਿਹਾ ਹੈ, ਤੇ ਅਸੀਂ ਪੜ੍ਹਿਆ ਹੋਇਆ ਅਸੀਂ ਫਿਰ ਵੀ ਗਲਤੀ ਕਰ ਰਹੇ ਹਾਂ। ਜਾਂ ਤੇ ਜਾਓ ਨਾ, ਤੇ ਜਾਂ ਇਸ ਵਿਵਾਦ ਨੂੰ ਛੇੜੋ ਨਾ ਵੀ ਜਿਹੜਾ ਦਿਨ ਬਣਿਆ ਹੋਇਆ, ਰਵਾਇਤ ਸ਼ੁਰੂ ਤੋਂ ਬਣ ਚੁੱਕੀ, ਉਹਨੂੰ ਕਰਨ ਦਿਓ, ਕੋਈ ਫਰਕ ਨਹੀਂ ਪੈਂਦਾ। ਵੀ ਉਸੇ ਦਿਨ ਤੇ ਤੁਸੀਂ ਮਨਾਓਗੇ ਤੇ ਗੁਰੂ ਗੋਬਿੰਦ ਸਿੰਘ ਦੀ ਬੜੀ ਖੁਸ਼ੀ ਤੁਹਾਡੇ ਤੇ ਆ ਜਾਏਗੀ, ਕੋਈ ਵੱਡੀ ਗੱਲ ਨਹੀਂ ਹੈ। ਇੱਕ ਕੰਮ ਦੇ ਵਿੱਚ ਜਾਣਾ ਵੀ ਹੈ ਤੇ ਉਹਨੂੰ ਗਲਤ ਵੀ ਕਹਿਣਾ ਹੈ ਵੀ ਇਹ ਤਰੀਕਾ ਠੀਕ ਨਹੀਂ ਜਿਹੜੀਆਂ ਤੁਸੀਂ ਕਰ ਰਹੇ ਹੋ। ਇਹ ਇੱਕ ਤਰੀਕਾ ਹੈ ਵੀ ਲੋਕਾਂ ਨੂੰ ਇੱਕ ਵੱਖਰੀ ਗੱਲ ਸੁਣਾ ਕੇ ਆਪਣੇ ਆਪ ਨੂੰ ਖੜੇ ਕਰਨਾ ਵਿੱਚ, ਵੀ ਮੈਂ ਵੀ ਹਾਂ, ਮੈਂ ਇੰਨਾ ਪੜ੍ਹਿਆ, ਮੈਂ ਫਲਾਣੇ ਗ੍ਰੰਥ ਵਿੱਚੋਂ ਪੜ੍ਹਿਆ, ਉੱਥੇ ਇਹ ਤਰੀਕ ਸੀ। ਤਾਂ ਜਿੰਨਾ ਚਿਰ ਬੰਦਾ ਇਸ ਮੰਡਲ ਵਿੱਚ ਘੁੰਮਦਾ ਹੈ ਨਾ, ਇਸ ਵਿਚਾਰਧਾਰਾ ਵਿੱਚ ਜਿਹੜੀ ਆ ਸਿਰਫ
ਵਾਦਾਂ ਵਿਵਾਦਾਂ ਦੀ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ। ਖਹੀ ਜਾਂਦੇ ਨੇ ਆਪਸ ਵਿੱਚ, ਪਾਰਟੀਆਂ ਬਣੀਆਂ ਨੇ, ਇੱਕ ਕੁਝ ਬੋਲ ਜਾਂਦਾ, ਦੂਸਰਾ ਕੁਝ ਬੋਲ ਜਾਂਦਾ। ਉਹ ਕਹਿੰਦਾ ਇਹਨੇ ਠੀਕ ਨਹੀਂ ਕਿਹਾ, ਦੂਸਰਾ ਆਉਂਦਾ ਇਹਨੇ ਠੀਕ ਨਹੀਂ ਕਿਹਾ। ਤੇ ਗੁਰੂ ਸਾਹਿਬ ਵੀ ਫਿਰ ਇਹਨਾਂ ਸਾਰਿਆਂ ਨੂੰ ਵੇਖ ਕੇ ਚੁੱਪ ਕਰ ਗਿਆ ਵੀ ਤੁਸੀਂ ਆਪਣਾ ਵੇਖ ਹੀ ਲਓ, ਖੁਆਰੀ ਹੋਏ, ਖੁਆਰ ਹੋਏ ਸਭ ਮਿਲਣਗੇ, ਹੋ ਲਓ ਖੁਆਰ ਜਿੰਨੇ ਹੋਣਾ ਹੈ। ਤਾਂ ਇਹ ਬੇਲੋੜੇ ਵਿਵਾਦ ਨੇ। ਉਹ ਦੇਸ਼ ਜਿਹਦੇ ਵਿੱਚ ਕਾਲ ਨਹੀਂ, ਅਕਾਲ ਦਾ ਪੁਜਾਰੀ ਕਾਲ ਵਿੱਚ ਫਸ ਗਿਆ। ਉਹ ਕਾਲ ਦੇ ਵਿੱਚ ਹੀ ਦਿਨ ਰਾਤ ਬੋਲਦਾ, ਉਹਦੇ ਵਿੱਚ ਹੀ ਖਪਦਾ ਰਹਿੰਦਾ। ਉਹ ਤੇ ਕਾਲ ਤੋਂ ਰਹਿਤ ਸੀ। ਅਕਾਲ ਪੁਰਖ ਦਾ ਕਹਿ ਤੇ ਦਿੰਦੇ ਆ ਅਕਾਲ ਦੇ ਪੁਜਾਰੀ, ਪਰ ਆਪਾਂ ਤੇ ਕਾਲ ਵਿੱਚ ਫਸੇ ਹੋਏ ਹਾਂ। ਸਮੇਂ ਦਾ ਰੌਲਾ ਪਿਆ ਹੋਇਆ, ਦਿਨਾਂ ਦਾ, ਤਰੀਖਾਂ ਦਾ ਰੌਲਾ। ਕੋਈ ਵੀ ਇੱਕ ਚੀਜ਼ ਮਿੱਥ ਲੈਣੀ ਚਾਹੀਦੀ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਕੰਮ ਕਰਨ ਵਾਲਾ ਹੈ ਉਹ ਹੋਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਉਹ ਇੱਕ ਗੱਲ ਸੀ ਕਿ ਉੱਚਾ ਸੁੱਚਾ ਜੀਵਨ, ਇਮਾਨਦਾਰ ਜੀਵਨ ਤੇ ਗੁਰੂ ਦੀ ਮੱਤ ਤੇ ਤੁਰ ਕੇ ਜੀਵਨ ਜਿਉਣਾ। ਇਹਨਾਂ ਚੀਜ਼ਾਂ ਵਿੱਚ ਹੀ ਸਮਾਂ ਸਾਰਾ ਐਨਰਜੀ ਵੇਸਟ ਕਰ ਦਿੱਤੀ। ਤਾਂ ਆ ਛਿਜ ਦੇਸ਼ ਹੈ, ਦੋ ਦੇਸ਼ਾਂ ਦੀ ਗੱਲ ਗੁਰਬਾਣੀ ਵਿੱਚ ਕੀਤੀ ਗਈ ਹੈ। ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਉਹਨੂੰ ਭਗਤ ਰਵਿਦਾਸ ਜੀ ਨੇ ਕਿਹਾ ਕਿ ਜਿਵੇਂ ਇੱਕ ਮੇਂਢਕ ਜਿਹੜਾ ਹੈ, ਡੱਡੂ ਜਿਹੜਾ ਖੂਹ ਵਿੱਚ ਰਹਿੰਦਾ ਹੈ। ਸਾਡੀ ਹਾਲਾਤ ਇਹ, ਉਹ ਅਰਦਾਸ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਕਹਿੰਦੇ ਕਿ ਕੂਪ ਭਰਿਓ ਜੈਸੇ ਦਾਦਰਾ। ਦਾਦਰ ਕਹਿੰਦੇ ਡੱਡੂ ਨੂੰ, ਕੂਪ ਕਹਿੰਦੇ ਖੂਹ ਨੂੰ। ਕਹਿੰਦੇ ਸਾਡਾ ਜੀਵਨ ਤਾਂ ਇਸ ਤਰ੍ਹਾਂ ਦਾ ਹੈ ਜਿਵੇਂ ਖੂਹ ਦੇ ਵਿੱਚ ਇੱਕ ਡੱਡੂ ਨੇ ਜਨਮ ਲਿਆ ਹੈ, ਕਿਉਂਕਿ ਉਹਦਾ ਮਾਤਾ ਪਿਤਾ ਖੂਹ ਵਿੱਚ ਸੀ, ਉੱਥੇ ਹੀ ਜਨਮ ਲਿਆ, ਉੱਥੇ ਵਧਾਈਆਂ ਮਿਲੀਆਂ ਖੂਹ ਵਿੱਚ ਹੀ, ਉੱਥੇ ਹੀ ਵੱਡਾ ਹੋਇਆ। ਤੇ ਖੂਹ ਤੋਂ ਬਾਹਰ ਕੋਈ ਆਕਾਸ਼ ਵੀ ਹੈ, ਕੋਈ ਰੁੱਖ ਵੀ ਹਨ, ਕੋਈ ਦੁਨੀਆ ਵੀ ਹੈ। ਇਹਦੇ ਬਾਰੇ ਉਹਨੂੰ ਜੇ ਕਿਸੇ ਨੇ ਕਿਹਾ, ਉਹਨੇ ਕਿਹਾ ਜੀ ਖੂਹ ਤੋਂ ਬਾਹਰ ਕੁਝ ਨਹੀਂ ਹੁੰਦਾ। ਉਹ ਖੂਹ ਨਾਲ ਹੀ ਪ੍ਰੀਤ ਲਾ ਕੇ ਬੈਠਾ। ਇਸ ਕਰਕੇ ਸਾਡੇ ਜਿਹੜੇ ਗੁਰਬਾਣੀ ਦੀਆਂ ਕਥਾ ਕਹਾਣੀਆਂ ਨੇ, ਅਸੀਂ ਜਿੱਥੇ ਬੈਠੇ ਹੋਏ ਹਾਂ ਨਾ, ਜਿਸ ਖੂਹ ਵਿੱਚ, ਆਪਣੀ ਮੱਤ ਦੇ ਖੂਹ ਵਿੱਚ ਫਸੇ ਹੋਏ ਹਾਂ, ਇਹਦੇ ਵਿੱਚ ਚੱਕਰ ਲਾਈ ਜਾ ਰਹੇ ਹਾਂ ਮਨ ਮੱਤ ਵਿੱਚ। ਸਾਡੇ ਵਾਸਤੇ ਉਹ ਸਿਰਫ ਇੱਕ ਆਕਾਸ਼ ਦੀਆਂ ਕਹਾਣੀਆਂ ਰਹਿ ਗਈਆਂ। ਅਸੀਂ ਮੰਨਿਆ ਨਹੀਂ ਵੀ ਖੂਹ ਤੋਂ ਬਾਹਰ ਵੀ ਕੁਝ ਹੈ, ਵੀ ਆਹ ਜਿਹੜੇ ਚਾਰ ਕਰਮ ਅਸੀਂ ਕਰ ਰਹੇ ਹਾਂ, ਖਾਣਾ ਪੀਣਾ ਸੌਣਾ ਹੱਸਣਾ, ਇਹਦੇ ਤੋਂ ਬਾਹਰ ਵੀ ਕੋਈ ਦੁਨੀਆ ਹੈ। ਭਗਤ ਜੀ ਕਹਿੰਦੇ ਇਸ ਦੇਸ਼ ਵਿੱਚ ਰਹਿ ਕੇ ਮੇਰਾ ਸੁਭਾਵ ਇੱਕ ਕੂਪ ਖੂਹ ਦੇ ਡੱਡੂ ਵਰਗਾ ਬਣ ਗਿਆ। ਕੂਪ ਭਰਿਓ ਜੈਸੇ ਦਾਦਰਾ, ਕਿਛ ਦੇਸ਼ ਵਿਦੇਸ਼ ਨਾ ਬੂਝ। ਤੇ ਇੱਥੇ ਰਹਿੰਦਿਆਂ ਨਾ ਮੈਨੂੰ ਦੇਸ਼ ਦਾ ਪਤਾ ਰਿਹਾ, ਤੇ ਵਿਦੇਸ਼ ਬਾਰੇ ਤੇ ਮੈਂ ਮੰਨਣਾ ਹੀ ਕੀ ਸੀ, ਵਿਦੇਸ਼ ਵੀ ਕੋਈ ਹੁੰਦਾ ਹੈ, ਕੋਈ ਇਸ ਦੇਸ਼ ਤੋਂ ਬਾਹਰ ਵੀ ਦੁਨੀਆ ਹੈ ਜਿਹਦੇ ਨਾਲ ਮੇਰੀ ਸਾਂਝ ਬਣਨੀ ਹੈ। ਸਰੀਰ ਦੇ ਛੁੱਟਣ ਤੋਂ ਬਾਅਦ ਪਹਿਲਾਂ ਵੀ ਬਣ ਸਕਦੀ ਹੈ। ਇਸ ਦੇਸ਼ ਨਾਲ ਤੇ ਅਸੀਂ ਉਹਨਾਂ ਚਿਰ ਸੰਬੰਧਿਤ ਹਾਂ ਜਿੰਨਾ ਚਿਰ ਸਾਡੀ ਦੇਹ ਦੇ ਵਿੱਚ ਸਵਾਸ ਚੱਲਦੇ ਨੇ। ਤੇ ਜਿੱਦਣ ਇਹ ਦੇਹ ਛੁੱਟ ਗਈ, ਸਰੀਰ ਛੁੱਟ ਗਿਆ, ਉਦਣ ਇਸ ਦੇਸ਼ ਨਾਲ ਸਾਡਾ ਸੰਪਰਕ ਟੁੱਟ ਜਾਏਗਾ। ਜਿਨ੍ਹਾਂ ਦੀ ਦੇਹ ਚਲੀ ਗਈ ਹੈ ਉਹਨਾਂ ਨੂੰ ਕਿਵੇਂ ਇੱਥੇ ਸੰਪਰਕ ਕਰਨ ਨੂੰ ਨਹੀਂ ਬੋਲ ਸਕਦੇ। ਇੱਥੋਂ ਦੀ ਕੋਈ ਚੀਜ਼ ਨਹੀਂ ਵਰਤ ਸਕਣਗੇ ਉਹ। ਹੁਣ ਉਹਨਾਂ ਦੀ ਵਰਤੋਂ ਸਿਰਫ ਉਹ ਹੈ ਜਿਹਨੂੰ ਵਿਦੇਸ਼ ਕਹਿੰਦੇ ਨੇ, ਪਰਲੋਕ ਕਹਿੰਦੇ ਨੇ, ਰੱਬ ਦਾ ਦੇਸ਼ ਕਹਿੰਦੇ, ਪਰ ਉੱਥੋਂ ਵਾਸਤੇ ਕੁਝ ਇਕੱਠਾ ਨਹੀਂ ਕੀਤਾ, ਇੱਥੇ ਰਹਿੰਦੇ ਆ। ਇਹ ਇੱਕ ਨਿਯਮ ਹੈ, ਆਦਮੀ ਰਵੇ ਇੱਥੇ, ਤਿਆਰੀ ਪਰਲੋਕ ਦੀ ਕਰੇ। ਇਹ ਥਾਂ ਜਿਹੜੀ ਹੈ ਨਾ, ਮਨੁੱਖ ਨੂੰ ਮਿਲੀ ਸੀ ਵੀ ਤੂੰ ਇਸ 40 50 100 ਸਾਲਾਂ ਦੇ ਵਿੱਚ ਜਦੋਂ ਇਸ ਦੇਹ ਨੂੰ ਛੱਡ ਕੇ ਅੱਗੇ ਜਾਣਾ, ਉਹਦੇ ਵਾਸਤੇ ਸਮਾਨ ਇਕੱਠਾ ਕਰ। ਉੱਥੇ ਕਿਵੇਂ ਰਹਿਣਾ? ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ। ਪਰ ਇਹਨੇ ਇੱਥੇ ਰਹਿ ਕੇ ਇੱਥੋਂ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਵੀ ਇੱਥੇ ਇਕੱਠਾ ਕਰਾਂਗਾ ਫਿਰ ਸੁੱਖ ਮਿਲੇਗਾ, ਇਕੱਠਾ ਕਰਾਂਗਾ ਫਿਰ ਸੁੱਖ ਮਿਲੇਗਾ। ਇਹਨੇ ਇੱਥੋਂ ਦਾ ਪ੍ਰਬੰਧ ਇੰਨਾ ਕਰ ਲਿਆ ਵੀ ਆਪਣੇ ਤੱਕ ਸੀਮਤ ਨਹੀਂ ਰਿਹਾ, ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਪ੍ਰਬੰਧ ਇਹਨੇ ਕਰ ਦਿੱਤਾ। ਪਰ ਇੱਥੇ ਤਾਂ
अगले देश वास्ते समान इकट्ठा करना सी। वणज करो वणजारिओ, वखर लिओ समाल, तैसी वस्त विसाही है जैसी निभ है नाल, अगे शाह सुजान है लैसी वस्त संभाल। उतों वास्ते इत्थे कुछ करन लई समा मिलिया, पर इत्थे मनुख ने एक की गलती की भी इथों वास्ते इकट्ठा करना शुरू कर दिता। इस करके भगत जी कहते ने कछ देश विदेश ना बूझ। विदेश का मैनू पता ही नहीं भी विदेश भी कोई है, परलोक भी कोई है। फिर कहते ऐसे मेरा मन विखिया बेमोहिया। ये क्यों हुंदा है? क्योंकि मन जिहड़ा है वो माया की विख विच जहर दे विच मोया होया है, फसिया होया, उहनूं छड्डना नहीं चाहुंदा। ऐसे मेरा मन विखिया बेमोहिया, कछ आरा पार ना सूझ। आरा पार दा पता नहीं लगदा। फिर इहदा एक तरीका दस्या, कहन लगे अरदास करया कर सगल भवन के नायका। नायक कहंदे ने हीरो नूं, मालक नूं। सगल भवन किहड़े ने? भवन कहंदे ने लोक, घर, सारे देश। तू सारे देशां दा मालक है, इथों दे देश दा भी ते अगले दा भी। तू इनू भी देख रहा है ते परलोक विच भी देख रहा, दोवां थावां ते। असी सिर्फ इनू देख रहे हैं, वो सानू देख रहा पर असी उस नूं नहीं देख सकते। वो वेखै उन्हां नज़र ना आवे। बहुता ये विडान ਜਿਹੜੇ परलोक वासी ने इत्थे रहिंदे होए, जिन्हां नूं ब्रह्म ज्ञानी कहा, संत कहा, वो इस देश विच खाक दी दुनिया विच शरीर विच रह के अपने अगले देश नूं देख लैंदे ने। और जिहड़े उधर चले जांदे ने वो इधर देख सकते आपां किवें जी रहे हैं। पर जिथे आपां जी रहे हैं सानू एक इंच भी अगे नहीं दिसदा, अखां बंद ने। बस ये चक्कर एक चलदा रहिंदा है। आदमी इहदे विच चली जांदा इस घेरे विच। जिथों सूई शुरू हुंदी है, सवेरे 6 वजे तो सूई चलदी घंटियां वाली, तो घूम के अगले दिन सवेरे फिर उत्थे आ जाती। सवेरे उठे सी, नहा धो लिया, खा पी लिया, सारा दिन काम कर लिया, सौ गए, सवेरे फिर उत्थे आ गए, किते नहीं गए। जिन्हां ने इस घेरे नूं तोड़ दिता, इहनूं कहंदे काल चक्कर, समय दा चक्कर गोल है। जिहड़ा इस नूं पाड़ गया, इहनूं तोड़ गया शब्द द्वारा, उहदी सूई परत के फिर उत्थे नहीं आउंदी, वो खुला हो गया। उहनूं कहंदे मौत तो पार चला गया, बाकी सारे मौत विच फसे हुए ने। इस करके कहंदे वो दोवां लोकां दा वासी है। सगल भवन के नायका, एक छिन दर्श दिखाए जी। मैनू अपना दर्श दिखा, मैं देखना चाहुंदा। फिर अगों आवाज़ आई भी इस तरह दर्शन नहीं होंदे। इहदा एक कारण है बहुत वड्डा। अकाल पुरख दर्शन देना चाहुंदा है, पर जिन्ना चिर बंदे दी मत विच मलीनता है, दर्शन हुंदे ही नहीं, भावें देना भी चाहे। मलन भई मत माधवा, तेरी गत लखी ना जाए। बुद्धि की मलीनता इस राह के उत्ते विकास नहीं करन दिंदी। बंदा फिर उत्थे आ जांदा तिलक के, फिर चला जाता। जिन्ना चिर बुद्धि विच मलीनता है ना, सानू पता है आपो अपने जीवन का, जिथे जिथे असी खड़े हाँ, ये तो विचारां ने ना। विचारां बड़ियां चंगियां हो सकदियां, शब्द बड़े सोहणे हो सकते, पर बुद्धि दे विच जिहड़ी संसार प्रति खिच है ते मलीनता है, वो सानू इस मार्ग ते अगे जाके नवीं अवस्थावां विच नहीं जाण दिंदी। बंदा उत्थे फसिया रहिंदा। मलन भई मत माधवा, तेरी गत लखी ना जाए। जोगी सर पावै नहीं तो गुण कथन अपार, प्रेम भगत के कारण कह रविदास चमार। के आछिज देश है, तेरा देश ऐसा है जिहड़ा खत्म नहीं हुंदा। भगत रविदास जी ने इसे शब्द दे नाल गौड़ी राग विच एक शब्द विच इस देश की व्याख्या की, कूप भरियो जैसे दादरा। इहदे नाल दा ही शब्द कहा कि बेगमपुरा शहर को नाओ। फिर उस दुनिया का जिक्र भी कर दिता जिथे गम कोई नहीं, दुख नहीं है। वो एक अवस्था है, एक शहर है, एक टिकाणा है बंदे दा। बेगमपुरा
शहर को नाम, एक शहर का नाम दुख तो रहत। दुख अंधो नहीं ते ठाऊं, अंधो का अर्थ है उत्थे चिंता नहीं, ना तसवीस फिक्र कोई नहीं उत्थे, खिराज ना माल उत्थे विकार बंदे तो टैक्स नहीं लेंदे, शक्ति नहीं गवाचदी बंदे दी। ना तसवीस खिराज ना माल, खौफ ना खता, खौफ दा अर्थ है डर, किसी का डर नहीं। खता का अर्थ है गलती, उत्थे फिर उस आदमी तो गलती होने की संभावना खत्म हो जाती है, गलती उहदे तो हो ही नहीं सकती। जिवें अपने तो ठीक नहीं ना हो सकता, कभी असी ठीक नहीं कर सकते भावें कितना यतन करिए। जिहड़े काम असी ठीक भी करने वो भी गलत हो जाते हैं, क्योंकि उन्हां विच हंकार है। और जिहड़ा उस उहदे विच लीन हो गया, जिन्हें अपने आपे नूं सौंप दिता, वो आदमी ऐसा भी वो गलत कर ही नहीं सकता। खौफ ना खता ना तरस, जवाल घाटा नहीं पैंदा उस दुनिया विच। फिर भगत जी कहते अब मोहे खूब वतन गह पाई। रविदास जी कहते मैं हुण उस देश में चला गया जिहड़ा खूब है, चंगा है, सोहना है। वतन देश, गह पाई, गह का अर्थ है थां, उत्थे मेरी थां बन गई, हुण रहन का टिकाणा बन गया। फिर कहते ऊहां खैर सदा मेरे भाई, ऊहां का अर्थ है उत्थे सदा खरैत रहिंदी है, सदा चढ़दी कला बनी रहिंदी है, कदी दुख नहीं वापरदा। फिर अगे बचन किया उतों की परिभाषा करते हुए कहते आबादान सदा मशहूर। ये सारे अरबी के शब्द ने, कुछ विच फारसी है। आबादान ये अर्थ ने वो आबाद रहिंदा है, कदी उजड़दा नहीं, सदा आबाद रहिंदा है। जिवें आपां शब्द कहने फलाणे इलाके विच आबादी बड़ी है, ये बड़ी फारसी ते अरबी साडी पंजाबी विच रली हुई है, मूँह ते चढ़ गई। आबाद रहिंदा वो देश, आबादान सदा मशहूर, ऊहां गनी बसै मामूर। फिर भगत जी कहते त्यों त्यों सैल करे ज्यों भावै, जिवें जी करे उत्थे सैल करी दी, सैर करी दी। महरम महल ते उस देश दे जदों जाणू हो जाइए, महरम का अर्थ है जानन वाले, ना को अटकावै, फिर कोई विकार उत्थे अटकाउंदा नहीं, दुख नहीं देंदा। कह रविदास खलास चमारा, जो हम शहरी सो मीत हमारा। उस शहर की दशा दसी कलगीधर पातशाह कहंदे आ छिज देसै, ओदा देश कदी छिजदा नहीं, पुराना नहीं हुंदा। आ भिज भेसै, आ भिज का अर्थ है भिज जाना, भिजण का भिज का अर्थ है भिजना, आ भिज का अर्थ है ना भिजना। अकाल पुरख का जिहड़ा भेस है ना, जिहड़े कपड़े उहदे वो इस संसार के विकारां नाल भिजदे नहीं, खराब नहीं हुंदे, मैले नहीं हुंदे। आ गंज कर्म है, उहदे जिहड़े कर्म ने नाश नहीं हुंदे कदी, वो जो कुछ करदा है वो कदी खत्म नहीं हुंदा। आ पंज भरम है, जिहड़ा उहदे चरनां नाल जुड़िया है, उहदे भरम नूं तोड़न वाला है, खत्म कर देण वाला है। फिर कहंदे आ भिज लोक है, इस लोक की कोई भी माया की शक्ति उन्होंने भ्याओ नहीं सकती, प्रभावित नहीं कर सकती। इस लोक दे विच वो रहिंदा है, पर इथों की कोई भी चीज़ उन्होंने भ्याओ नहीं सकती। आदित्य सोका है, आदित्य दे अर्थ ने सूरज, सोका का अर्थ है सुकाउणा। उहदे विच इन्नी तेज तप शक्ति है कि वह सूरज नूं भी सुका सकता है, खत्म कर सकता है। कि अवधूत बरनै, बरनै का अर्थ है रंग, उहदी शक्ति कई रंगां नाल भरी हुई है। अवधूत दे अर्थ ने ताकत, शक्ति। कि विभूत करनै, उहदी ताकत करनी वाली है, भाव शक्तिशाली है। 105 नंबर विच कलगियां वाले पातशाह उचारण करदे कहंदे कि राजन प्रभा है, तेरा राज जिहड़ा उहदी प्रभुता बड़ी है, शक्ति बड़ी है। कि धर्मंग तुझा है,
तेरे धर्म का झंडा जिहड़ा सदा बुलंद रहिंदा है, उन्होंने कोई खत्म नहीं कर सकता। कि आ शोक बरना है, तेरी जिंदगी विच कदी शोक नहीं आउंदा, चिंता नहीं आउंदी, सदा बेचिंत रहना है। फिर कहंदे सरबा अभरना है। अभरने का अर्थ है शिंगार। सारे लोगों के जीवन का तू शिंगार है, सारिਆਂ ਨੂੰ तू शिंगार करन वाला है, सारिਆਂ ਨੂੰ सुंदर बनाउण वाला है। ऐसे अकाल पुरख वाहिगुरू की उस्तत हजूर करते ने। आओ सत संगत, ये कथा हुण विचारां जाप साहिब दियां हर रोज़ चलणगियां। आप जी समय ते पहुँच के लाहा प्राप्त करना है।